ਵਾਹਿਗੁਰੂ ਸਾਹਿਬ ਜੀ। ਸਤਿਗੁਰ ਮਿਲਿਆ ਉਲਟੀ ਪਈ ਭਾਈ, ਜੀਵਤ ਮਰੈ ਤਾਂ ਬੂਝ ਪਾਏ। ਸੋ ਗੁਰੂ ਸੋ ਸਿੱਖ ਹੈ ਭਾਈ, ਜਿਸ ਜੋਤੀ ਜੋਤ ਮਿਲਾਏ। ਸਤ ਪੁਰਖ ਜਿਨ ਜਾਣਿਆ, ਸਤਿਗੁਰ ਤਿਸ ਕਾ ਨਾਉ। ਤਿਸ ਕੈ ਸੰਗ ਸਿੱਖ ਉਦਰੈ, ਨਾਨਕ ਹਰ ਗੁਣ ਗਾਓ। ਪਰਮ ਸਨਮਾਨਯੋਗ ਜੁਗੋ ਜੁਗ ਅਟਲ ਜਾਗਤ ਜੋਤ ਜਗਤ ਗੁਰੂ ਸਾਹਿਬ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਜੀਵਨ ਬਖਸ਼ਿਸ਼ ਕਰਨ ਵਾਲੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਬਹੁਤ ਹੀ ਵਡਭਾਗੀ ਗੁਰਸਿੱਖ ਸਤਸੰਗੀ ਜਨੋ, ਸਤਿਗੁਰਾਂ ਦੀ ਅਪਾਰ ਮਿਹਰਾਮਤ ਦੇ ਸਦਕਾ ਮਨੁੱਖਾ ਜੀਵਨ ਦੇ ਇਹ ਪਲ ਸਫਲੇ ਹੋ ਸਕਣ, ਗੁਰੂ ਸੰਗਤ ਦੀ ਜੁਗਤ ਦੁਆਰਾ ਮਾਲਕ ਦੇ ਹਜ਼ੂਰ ਜੁੜ ਬੈਠਣ ਦਾ, ਹਰ ਜਸ ਗਾਇਨ ਕਰਨ ਦਾ, ਸਰਵਣ ਕਰਨ ਦਾ ਸੁਭਾਗ ਸਮਾਂ ਪ੍ਰਾਪਤ ਹੋਇਆ ਹੈ। ਦਾਸ ਤੋਂ ਪਹਿਲਾਂ ਅਤੀ ਸਤਿਕਾਰਯੋਗ ਭਾਈ ਸਾਹਿਬ ਭਾਈ ਪਲਵਿੰਦਰ ਸਿੰਘ ਜੀ, ਹਜ਼ੂਰੀ ਕਥਾਵਾਚਕ ਗੁਰਦੁਆਰਾ ਸਮਾਧ ਬਾਬਾ ਬੁੱਢਾ ਸਾਹਿਬ ਜੀ, ਜਿਨ੍ਹਾਂ ਨੇ ਆਪ ਜੀ ਦੇ ਨਾਲ ਬਾਬਾ ਬੁੱਢਾ ਸਾਹਿਬ ਜੀ ਦੇ ਪਰਉਪਕਾਰੀ ਜੀਵਨ ਦੀਆਂ ਬਹੁਤ ਸਾਰੀਆਂ ਰੂਹਾਨੀ ਘਟਨਾਵਾਂ ਦਾ ਜ਼ਿਕਰ ਕਰਕੇ ਗੁਰਮਤਿ ਵਿਚਾਰਾਂ ਦੀ ਸਾਂਝ ਪਾਈ ਹੈ। ਇਸੇ ਲੜੀ ਨੂੰ ਆਪਾਂ ਅੱਗੇ ਤੋਰਾਂਗੇ। ਆਓ ਮਨ ਬਿਰਤੀਆਂ ਨੂੰ ਕਰੀਏ ਇਕਾਗਰ। ਸਭ ਤੋਂ ਪਹਿਲਾਂ ਗੁਰੂ ਚਰਨਾਂ ਵਿੱਚ ਹਾਜ਼ਰੀ ਲਵਾਈਏ। ਪਿਆਰ ਸਹਿਤ ਅਦਬ ਸਹਿਤ ਸਾਰੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਮਤਿ ਅੰਦਰ ਸਤਿਗੁਰੂ ਅਤੇ ਸਿੱਖ ਦਾ ਜੋ ਰਿਸ਼ਤਾ ਹੈ, ਬੜੇ ਹੀ ਅਨੂਠੇ ਢੰਗ ਦੇ ਨਾਲ ਸਤਿਗੁਰਾਂ ਨੇ ਉਸ ਰੂਹਾਨੀ ਸਾਂਝ ਦਾ ਜ਼ਿਕਰ ਕੀਤਾ ਹੈ। ਕਿਉਂਕਿ ਜਿੱਥੇ ਅਕਾਲ ਪੁਰਖ ਵਾਹਿਗੁਰੂ ਜੀ ਦੇ ਨਾਲ ਜੋ ਅਭੇਦ ਹੈ, ਇੱਕ ਮਿਕ ਹੈ, ਉਹ ਸਤਿਗੁਰੂ ਹੈ। ਉੱਥੇ ਜਿਹੜਾ ਸਤਿਗੁਰੂ ਦੇ ਹੁਕਮ ਰਜਾਈ ਚੱਲਦਾ ਹੈ, ਗੁਰੂ ਨਾਲ ਓਤ ਪੋਤ ਹੈ, ਉਸ ਨੂੰ ਸਿੱਖ ਕਿਹਾ ਗਿਆ। ਸਤਿਗੁਰ ਮਿਲਿਆ ਉਲਟੀ ਪਈ ਭਾਈ, ਜੀਵਤ ਮਰੈ ਤਾਂ ਬੂਝ ਪਾਏ। ਸੋ ਗੁਰੂ ਸੋ ਸਿੱਖ ਹੈ ਭਾਈ, ਜਿਸ ਜੋਤੀ ਜੋਤ ਮਿਲਾਏ। ਮਾਲਕ ਜਿਸ ਤੇ ਕਿਰਪਾ ਕਰਦਾ ਹੈ, ਜਿਸ ਦੀ ਲਿਵ ਨੂੰ, ਜਿਸ ਦੀ ਆਤਮਾ ਨੂੰ ਪਰਮਾਤਮਾ ਨਾਲ ਜੋੜ ਦਿੰਦਾ ਹੈ, ਉਹਨੂੰ ਸਤਿਗੁਰੂ ਦਾ ਸਿੱਖ ਹੋਣ ਦਾ ਜਿਹੜਾ ਮਾਣ ਹੈ ਉਹ ਪ੍ਰਾਪਤ ਹੁੰਦਾ ਹੈ। ਬਾਬਾ ਬੁੱਢਾ ਸਾਹਿਬ ਜੀ, ਜਿਨ੍ਹਾਂ ਦਾ ਜਨਮ 1506 ਨੂੰ ਸਤਿਕਾਰਯੋਗ ਪਿਤਾ ਬਾਬਾ ਸੁੱਘਾ ਰੰਧਾਵਾ ਜੀ, ਸਤਿਕਾਰਯੋਗ ਮਾਤਾ ਗੋਰਾਂ ਜੀ ਦੀ ਪਾਵਨ ਕੁੱਖ ਤੋਂ ਹੋਇਆ। ਮਾਤਾ ਗੋਰਾਂ ਜੀ ਜਿਨ੍ਹਾਂ ਦਾ ਪਿਛੋਕੜ ਸੰਧੂਆਂ ਦਾ ਬੰਡਾਲਾ ਹੈ, ਔਰ ਗੁਰਬਾਣੀ ਵਿੱਚ ਜਿੱਥੇ ਧਨ ਜਨਨੀ ਜਿਨ ਜਾਇਆ, ਧਨ ਪਿਤਾ ਪ੍ਰਧਾਨ ਦਾ ਜ਼ਿਕਰ ਹੈ,
ਉੱਥੇ ਗਰੀਬ ਨਵਾਜ ਜੀ ਨੇ ਨਿਰਣਾ ਦਿੱਤਾ ਹੈ, ਧੰਨ ਸੋ ਮਾਤਾ ਜਿਨ ਜਨ ਜਣੇ। ਉਹ ਜਨਨੀ, ਉਹ ਮਾਤਾ ਧਨਤਾ ਯੋਗ ਹੈ, ਜਿਹਦੀ ਪਾਵਨ ਕੁੱਖ ਤੋਂ ਹਰੀ ਦੇ ਦਾਸ, ਹਰੀ ਦੇ ਸੇਵਕ, ਮਾਲਕ ਦੀ ਬੰਦਗੀ ਕਰਨ ਵਾਲਿਆਂ ਦਾ ਜਨਮ ਹੁੰਦਾ ਹੈ। ਬਾਬਾ ਫਰੀਦ ਜੀ ਦੇ ਬਚਨ ਅਸੀਂ ਪੜ੍ਹਦੇ ਹਾਂ, ਆਪ ਲੀਏ ਲੜ ਲਾਏ ਦਰ ਦਰਵੇਸ਼ ਸੇ, ਤਿੰਨ ਧਨ ਜਣੇਂਦੀ ਮਾਓ ਆਏ ਸਫਲ ਸੇ। ਪਿਤਾ ਪੁਰਖੀ ਕਿਰਤ ਦੇ ਮੁਤਾਬਕ ਕੱਥੂ ਨੰਗਲ ਦੇ ਇਲਾਕੇ ਤੋਂ ਜਦੋਂ ਇਹਨਾਂ ਦੇ ਵੱਡੇ ਵਡੇਰੇ ਰਮਦਾਸ ਦੀ ਧਰਤੀ ਤੇ ਆਏ, ਉਸ ਵੇਲੇ ਜਗਤ ਗੁਰੂ ਨਾਨਕ ਸਾਹਿਬ ਜੀ ਕਰਤਾਰਪੁਰ ਸਾਹਿਬ ਦੀ ਧਰਤੀ ਤੇ, ਜਿੱਥੇ ਉਹਨਾਂ ਨੇ ਖੇਤੀ ਕਰਵਾਈ ਹੈ, ਧਰਮਸ਼ਾਲਾ ਰਚ ਕੇ ਗੁਰਬਾਣੀ ਪਾਠ ਕੀਰਤਨ ਕਥਾ ਵਿਚਾਰਾਂ ਦੀ ਮਰਿਆਦਾ ਆਰੰਭ ਕੀਤੀ। ਫਿਰ ਬਾਬਾ ਆਇਆ ਕਰਤਾਰਪੁਰ, ਭੇਖ ਉਦਾਸੀ ਸਕਲ ਉਤਾਰਾ, ਪਹਿਰ ਸੰਸਾਰੀ ਕੱਪੜੇ ਮੰਜੀ ਬੈਠ ਕੀਆ ਅਵਤਾਰਾ। ਸੋਦਰ ਆਰਤੀ ਗਾਵੀਐ ਅੰਮ੍ਰਿਤ ਵੇਲੇ ਜਾਪ ਉਚਾਰਾ। ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਵੀ ਕਰਤਾਰਪੁਰ ਸਾਹਿਬ ਤੋਂ ਰਾਵੀ ਦੇ ਕਿਨਾਰੇ ਕਿਨਾਰੇ ਕਈ ਵਾਰ ਵਿਚਰਦਿਆਂ ਇਸ ਇਲਾਕੇ ਵਿੱਚ ਆਏ। ਇੱਧਰ ਬਾਲਕ ਗੁੜਾ ਜੀ, ਜਿਨ੍ਹਾਂ ਨੂੰ ਭਾਈ ਗੁਰਦਾਸ ਜੀ ਨੇ ਬੂੜਾ ਬੁੱਢਾ ਇੱਕ ਮਨ ਧਿਆਵੈ ਕਹਿ ਕੇ ਵੀ ਲਿਖਿਆ, ਉਹ ਵੀ ਮੱਝਾਂ ਗਾਵਾਂ ਚਾਰਦੇ ਹੋਏ ਇਸ ਧਰਤੀ ਤੇ ਜਦੋਂ ਵਿਚਰੇ ਸਨ। ਇਹ ਭਾਗਾਂ ਭਰੀ ਧਰਤੀ ਜਿੱਥੇ ਗੁਰੂ ਤੇ ਸਿੱਖ ਦਾ ਆਪਸ ਵਿੱਚ ਮਿਲਾਪ ਹੁੰਦਾ ਹੈ। ਜਿਵੇਂ ਹੁਣੇ ਭਾਈ ਸਾਹਿਬ ਕਹਿ ਰਹੇ ਸਨ ਕਿ ਅੱਜ ਵੀ ਅਸੀਂ ਜਦੋਂ ਆਪਣੀ ਸੁਰਤ ਨੂੰ ਸ਼ਬਦ ਵਿੱਚ ਜੋੜਾਂਗੇ, ਅਸੀਂ ਵੀ ਵਡਭਾਗੇ ਬਣ ਸਕਦੇ ਹਾਂ, ਕਿਉਂਕਿ ਸਭ ਤੋਂ ਵੱਡੇ ਭਾਗ ਗੁਰ ਸਿੱਖਾਂ ਦੇ, ਜੋ ਸਤਿਗੁਰ ਚਰਣੀ ਸਿੱਖ ਪੜਤਿਆ। ਗੁਰੂ ਅਸਲ ਵਿੱਚ ਸ਼ਬਦ ਹੈ, ਉਪਦੇਸ਼ ਹੈ, ਤੇ ਸਿੱਖ ਅਸਲ ਵਿੱਚ ਸੁਰਤ ਹੈ। ਇਸ ਧਰਤੀ ਤੇ ਸ਼ਬਦ ਤੇ ਸੁਰਤ ਦਾ ਹੀ ਅਸਲ ਵਿੱਚ ਮੇਲ ਹੋਇਆ ਸੀ। ਜਦੋਂ 12 ਸਾਲ ਦੀ ਉਮਰ 1518 ਦੇ ਵਿੱਚ ਜਗਤ ਗੁਰੂ ਨਾਨਕ ਸਾਹਿਬ ਜੀ ਦੇ ਦਰਸ਼ਨ ਕੀਤੇ, ਬਾਲਕ ਗੁੜਾ ਜੀ ਨੇ ਬੜੀ ਭਾਵਨਾ ਨਾਲ ਦੁੱਧ ਛਕਾਇਆ ਤੇ ਨਾਲੇ ਬੇਨਤੀ ਕੀਤੀ, ਪਾਤਸ਼ਾਹ ਮੈਂ ਆਪ ਜੀ ਦਾ ਦਰਸ਼ਨ ਕੀਤਾ, ਸੰਗਤ ਕੀਤੀ, ਉਪਦੇਸ਼ ਸੁਣਿਆ, ਕਿਰਪਾ ਕਰਕੇ ਮੇਰਾ ਜਨਮ ਮਰਨ ਘਟ ਦਿਓ। ਅੱਜ ਵੀ ਜਦੋਂ ਗੁਰੂ ਦਾ ਦਰਸ਼ਨ ਕਰਨ ਆਉਂਦੇ ਹੋ ਤੇ ਜਿੱਥੇ ਇਹ ਮੰਗਦੇ ਹੋ ਕਿ ਸਤਿਗੁਰੂ ਜੀ ਦੇ ਦਰ ਤੋਂ ਸਾਨੂੰ ਧੀਆਂ ਪੁੱਤਰਾਂ ਦੀਆਂ ਦਾਤਾਂ ਮਿਲਦੀਆਂ ਨੇ, ਕਾਰੋਬਾਰ, ਇੱਥੇ ਤੱਕ ਕਿ ਜੇ ਚੰਗਾ ਘਰ ਚਾਹੁੰਦੇ ਆ, ਘਰ ਵਿੱਚ ਲਵੇਰਾ ਚਾਹੁੰਦੇ ਆ, ਸਭ ਕੁਝ ਜਿਤੜੇ ਫਲ ਮਨ ਬਾਂਛੀਐ ਤਿਤੜੇ ਸਤਿਗੁਰ ਪਾਸ। ਕਦੇ ਸਿੱਖ ਨੂੰ ਹੋਰ ਥਾਵਾਂ ਤੇ ਭਟਕਣ ਦੀ ਲੋੜ ਨਹੀਂ। ਇੱਥੇ ਆ ਕੇ ਅਰਦਾਸ ਕਰਾਂਗੇ, ਗਊ ਭੈਂਸ ਮੰਗੋ ਲਵੇਰੀ, ਇੱਕ ਤਾਜਨ ਤੁਰੀ ਚੰਗੇਰੀ, ਘਰ ਕੀ ਗੀਹਨ ਚੰਗੀ ਜਨ ਧੰਨਾ ਲੇਵੈ ਮੰਗੀ। ਪਰ ਗੁਰੂ ਦਰ ਤੇ ਆਉਣ ਦਾ ਅਸਲ ਮਨੋਰਥ ਹੈ, ਗੁਰੂ ਦੁਆਰਾ ਹੋਏ ਸੋਝੀ ਪਾਏ ਸੀ। ਉਹ ਸੋਝੀ ਜਿਹੜੀ 12 ਸਾਲ ਦੇ ਬਾਲਕ ਗੁੜਾ ਜੀ ਨੂੰ ਸੀ, ਉਹ ਸੋਝੀ ਕਿਹੜੀ ਸੀ ਵੀ ਸਤਿਗੁਰੂ ਜੀ ਤੁਹਾਡੇ ਦਰ ਤੇ ਆਇਆ, ਤੁਹਾਡੇ ਦਰਸ਼ਨ ਕੀਤੇ, ਉਪਦੇਸ਼ ਸੁਣਿਆ, ਸੰਗਤ ਕੀਤੀ, ਗਰੀਬ ਨਵਾਜ ਮਿਹਰਾਮਤ ਕਰੋ, ਮੇਰਾ ਜਨਮ ਮਰਨ ਘਟ ਦਿਓ। ਤੇ ਸਤਿਗੁਰੂ ਜੀ ਮੁਸਕਰਾ ਕੇ ਆਖਣ ਲੱਗੇ, ਅਜੇ ਤੇ ਉਮਰ ਬੜੀ ਛੋਟੀ ਹੈ। ਤੇ ਬਾਲਕ ਗੁੜਾ ਜੀ ਨੇ ਅੱਗੋਂ ਸਤਿਗੁਰੂ ਜੀ ਨੂੰ ਬੇਨਤੀ ਕੀਤੀ, ਪਾਤਸ਼ਾਹ ਘਰ ਵਿੱਚ ਮਾਤਾ ਜਦੋਂ ਲੰਗਰ ਤਿਆਰ ਕਰਦੀ ਹੈ, ਮੈਂ ਵੇਖਦਾ ਸਾਂ ਕਿ ਚੁੱਲ੍ਹੇ ਦੇ ਵਿੱਚ ਛੋਟੀਆਂ ਤੇ ਵੱਡੀਆਂ ਦੋਵੇਂ ਲੱਕੜਾਂ ਬਲ ਰਹੀਆਂ ਸਨ, ਪਰ ਵੱਡੀਆਂ ਲੱਕੜਾਂ ਦੇ ਸਮਾਨ ਜਿਹੜੀਆਂ ਛੋਟੀਆਂ ਲੱਕੜਾਂ ਸਨ, ਉਹਨਾਂ ਨੂੰ ਅੱਗ ਵੀ ਛੇਤੀ ਪਈ ਤੇ ਉਹ ਖਤਮ ਵੀ ਛੇਤੀ ਹੋਈਆਂ। ਦੂਸਰਾ, ਸਾਡੇ ਇਲਾਕੇ ਵਿੱਚੋਂ ਦੀ ਹਾਕਮ ਲਸ਼ਕਰਾਂ ਸਮੇਤ ਲੰਘੇ, ਬੜੇ ਡਾਢੇ ਸਨ, ਜਰਵਾਣੇ ਸਨ। ਉਹਨਾਂ ਨੇ ਨਾ ਹਰੀਆਂ ਫਸਲਾਂ ਵੇਖੀਆਂ, ਨਾ ਅੱਧ ਕੱਚੀਆਂ ਪੱਕੀਆਂ ਵੇਖੀਆਂ, ਨਾ ਪੂਰੀ ਤਰ੍ਹਾਂ ਪੱਕੀਆਂ ਵੇਖੀਆਂ। ਉਹਨਾਂ ਦਾ ਜਿੱਥੋਂ ਚਿੱਤ ਕੀਤਾ ਉਹਨਾਂ ਨੇ ਫਸਲ ਵੱਢ ਲਈ। ਤੇ ਆਪਾਂ ਵੀ ਤਾਂ ਮਾਲਕ ਦੀ ਫਸਲ ਆ, ਮਾਲਕ ਦੀ ਖੇਤੀ ਆ। ਬਾਣੀ ਦੇ ਬਚਨ ਵੀ ਨੇ, ਹਰੀ ਨਾਹਿ ਨਾ ਡੱਡਰੀ ਪੱਕੀ ਵੱਢਣ ਹਾਰ,
ਲੈ ਲੈ ਦਾਤ ਪੌਤਿਆ ਲਾਵੇ ਕਰ ਤਿਆਰ, ਜਾਂ ਹੁਆ ਹੁਕਮ ਕਿਰਸਾਨ ਦਾ ਤਾਂ ਲੁਣ ਮਿਣਿਆ ਖਿਤਾਰ। ਮੇਰੇ ਸਤਿਗੁਰੂ ਜੀ ਨੇ ਉਸ ਵੇਲੇ ਬਖਸ਼ਿਸ਼ ਦੇ ਘਰ ਵਿੱਚ ਆ ਕੇ 12 ਸਾਲ ਦੇ ਬਾਲਕ ਨੂੰ ਏਡੀ ਵੱਡੀ ਅਸੀਸ ਦਿੱਤੀ। ਕਹਿਣ ਲੱਗੇ, ਤੂੰ ਸਾਡਾ ਬਾਬਾ ਬੁੱਢਾ ਹੈ। ਸਰੀਰ ਭਾਵੇਂ ਬੱਚਿਆਂ ਵਾਲਾ ਸੀ, ਉਮਰ ਭਾਵੇਂ 12 ਸਾਲ ਦੀ ਸੀ। ਇਹ ਨਹੀਂ ਵੀ ਸਰੀਰ ਬੁੱਢਿਆਂ ਵਰਗਾ ਹੋ ਗਿਆ ਜਾਂ ਉਹਨਾਂ ਦੇ ਕੇਸ ਕਾਲਿਆਂ ਤੋਂ ਚਿੱਟੇ ਹੋ ਗਏ। ਸਤਿਗੁਰਾਂ ਦੀ ਇੱਕ ਰਮਜ਼ ਸੀ ਕਿ ਉਮਰ ਭਾਵੇਂ 12 ਸਾਲ ਦੀ ਹੈ, ਪਰ ਸੋਚ ਬੁੱਢਿਆਂ ਵਾਲੀ ਹੈ। ਕਿਉਂਕਿ ਅੱਜ ਸਾਡੇ ਘਰਾਂ ਦੇ ਵਿੱਚ ਜਿਹੜੇ ਸਾਡੇ ਬਜ਼ੁਰਗ ਨੇ 70 80 ਸਾਲ ਦੀ ਉਮਰ ਵਿੱਚ ਜਾ ਕੇ ਵੀ ਉਹਨਾਂ ਦੇ ਅੰਦਰ ਸੋਚ ਬਿਲਕੁਲ ਨਿਆਣਿਆਂ ਵਰਗੀ ਹੁੰਦੀ ਹੈ। ਉਹਨਾਂ ਇੱਕੋ ਹੀ ਰੱਟ ਲਾਇਆ ਹੁੰਦਾ ਹੈ ਵੀ ਹੁਣ ਗਾਂਹ ਜਾ ਕੇ ਅੰਮ੍ਰਿਤ ਛਕਾਂਗੇ। ਤੇ ਮੇਰੇ ਗਰੀਬ ਨਵਾਜ਼ ਜੀ ਨੇ ਸਿੱਖਿਆ ਦਿੱਤੀ ਵੀ ਨਹੀਂ, ਜਬ ਲਗ ਜਰਾ ਰੋਗ ਨਹੀਂ ਆਇਆ, ਜਬ ਲਗ ਕਾਲ ਗ੍ਰਸੀ ਨਹੀਂ ਕਾਇਆ, ਜਬ ਲਗ ਬਿਕਲ ਭਈ ਨਹੀਂ ਬਾਣੀ, ਭਜ ਲੈ ਰੇ ਮਨ ਸਾਰੰਗ ਪਾਣੀ, ਅਬ ਨਾ ਭਜਸ ਭਜਸ ਕਬ ਭਾਈ, ਆਵੈ ਅੰਤ ਨਾ ਭਜਿਆ ਜਾਈ। ਸਿੱਖੀ ਦਾ ਜਿਹੜਾ ਬਚਪਨ ਹੈ ਉਹ 8 ਸਾਲ ਦੀ ਉਮਰ ਧੰਨ ਗੁਰੂ ਹਰਕ੍ਰਿਸ਼ਨ ਮਹਾਰਾਜ ਜੀ, ਜਿਨ੍ਹਾਂ ਨੂੰ ਬਾਲਾ ਪ੍ਰੀਤਮ ਕਹਿ ਕੇ ਅਸੀਂ ਸੀਸ ਨਵਾਉਂਦੇ ਹਾਂ। ਸਿੱਖੀ ਦਾ ਜਨਮ ਹੈ ਬਾਬਾ ਅਜੀਤ ਸਿੰਘ ਜੀ, ਬਾਬਾ ਜੁਝਾਰ ਸਿੰਘ ਜੀ, ਬਾਬਾ ਜੋਰਾਵਰ ਸਿੰਘ ਜੀ, ਬਾਬਾ ਫਤਿਹ ਸਿੰਘ ਜੀ। ਇਹ ਸਿੱਖੀ ਦਾ ਬਚਪਨ ਹੈ। ਤੇ ਸੱਚਮੁੱਚ ਸਿੱਖੀ ਦਾ ਬਚਪਨ ਹੈ ਬਾਬਾ ਬੰਦਾ ਸਿੰਘ ਬਹਾਦਰ ਦਾ ਛੋਟਾ ਜਿਹਾ ਸੁਪੁੱਤਰ, ਜਿਹਦਾ ਕਲੇਜਾ ਕੱਢ ਕੇ ਹਾਕਮਾਂ ਨੇ ਬਾਬਾ ਬੰਦਾ ਸਿੰਘ ਬਹਾਦਰ ਦੇ ਮੂੰਹ ਵਿੱਚ ਤੁੰਨਿਆ ਸੀ। ਸਿੱਖੀ ਦਾ ਬਚਪਨ ਹੈ ਬਾਬਾ ਬੁੱਢਾ ਜੀ, 12 ਸਾਲ ਦੀ ਉਮਰ। ਤੇ ਸੱਚਮੁੱਚ ਏਡੀ ਵੱਡੀ ਸਿਆਣਪ, ਜਿਵੇਂ ਕਿਸੇ ਕਵੀ ਨੇ ਲਿਖਿਆ ਕਿ ਜੇ ਬਜ਼ੁਰਗੀ ਨੂੰ ਨਾਪਣਾ ਹੋਵੇ ਤੇ ਉਮਰ ਨਾਲ ਨਹੀਂ ਨਾਪਣਾ ਚਾਹੀਦਾ। ਬਜ਼ੁਰਗੀ ਬਾ ਅਕਲ, ਬਜ਼ੁਰਗੀ ਜਿਹੜੀ ਆ ਉਹਨੂੰ ਅਕਲ ਦੇ ਨਾਲ ਨਾਪੋ। ਹੋ ਸਕਦਾ ਇੱਕ ਛੋਟਾ ਜਿਹਾ ਬੱਚਾ ਵੀ ਬੜੀ ਵੱਡੀ ਸਿਆਣੀ ਗੱਲ ਕਰੇ ਤੇ ਇਹ ਤਕਾਜ਼ਾ ਜੇ ਵੀ ਜਿਹੜਾ ਛੋਟੀ ਉਮਰ ਦੇ ਵਿੱਚ ਸਿਆਣੀ ਗੱਲ ਕਰੇ, ਸਿਆਣੀ ਸੋਚ ਰੱਖੇ, ਉਹਦੀ ਸੋਚ ਬਜ਼ੁਰਗਾਂ ਵਰਗੀ ਹੈ। ਬਜ਼ੁਰਗੀ ਬਾ ਅਕਲ ਅਸਤ ਨਾ ਬਸਾਲ। ਬਜ਼ੁਰਗੀ ਇਸ ਕਰਕੇ ਨਹੀਂ ਵੀ ਉਹ ਕਿੰਨਾ ਕੁ ਵੱਡਾ ਹੈ, ਉਹਦੀ ਉਮਰ ਕਿੰਨੀ ਕੁ ਹੈ। ਤੇ ਦੂਸਰੇ ਪਾਸੇ ਤਵੰਗਰੀ ਬਾ ਦਿਲ ਅਸਤ ਨਾ ਬਾ ਮਾਲ। ਜਿਹੜੀ ਖੁੱਲ ਦਿਲੀ ਹੈ ਨਾ, ਇਹਨੂੰ ਧਨ ਦੌਲਤ ਨਾਲ, ਜ਼ਮੀਨ ਜਾਇਦਾਦ ਨਾਲ ਨਾ ਨਾਪਿਓ। ਤਵੰਗਰੀ ਬਾ ਦਿਲ, ਜਿਹੜੀ ਖੁੱਲ ਦਿਲੀ ਆ ਉਹ ਦਿਲ ਕਰਕੇ ਆ। ਹੋ ਸਕਦਾ ਇੱਕ ਗਰੀਬ ਵੀ ਛੋਟਾ ਜਿਹਾ ਘਰਾਣਾ ਹੋਵੇ, ਛੋਟਾ ਜਿਹਾ ਖਾਨਦਾਨ ਹੋਵੇ ਤੇ ਬਹੁਤਾ ਉਹਦੇ ਕੋਲ ਵਰਤਣ ਲਈ ਧਨ ਵੀ ਨਹੀਂ, ਪਰ ਉਹਦਾ ਦਿਲ ਦਰਿਆ, ਉਹਦਾ ਦਿਲ ਸਮੁੰਦਰ ਵਰਗਾ ਹੋ ਸਕਦਾ। ਤੇ ਕਈ ਵਾਰ ਬੰਦਾ ਲੱਖਾਂ ਤੋਂ ਕਰੋੜਾਂ ਤੋਂ ਅਰਬਾਂ ਖਰਬਾਂ ਤੱਕ ਪਹੁੰਚ ਕੇ ਵੀ ਤ੍ਰਿਪਤ ਨਹੀਂ ਹੁੰਦਾ, ਕੰਜੂਸ ਹੁੰਦਾ, ਹੱਥੋਂ ਕੁਝ ਦਿੰਦਾ ਨਹੀਂ। ਤੇ ਉਸ ਕਵੀ ਦੇ ਬੋਲ ਨੇ, ਤਵੰਗਰੀ ਬਾ ਦਿਲ ਅਸਤ ਨਾ ਬਾ ਮਾਲ। ਜਿਹੜੀ ਤਵੰਗਰੀ ਹੈ, ਖੁੱਲ ਦਿਲੀ ਆ, ਉਹ ਦਿਲ ਕਰਕੇ ਨਾਪਿਓ, ਨਾ ਕਿ ਧਨ ਮਾਲ ਕਰਕੇ। ਹੁਣ 12 ਸਾਲ ਦੀ ਉਮਰ ਵਿੱਚ ਬਾਬਾ ਬੁੱਢਾ ਸਾਹਿਬ ਜੀ ਨੇ ਇਹ ਅਸੀਸਾਂ ਪ੍ਰਾਪਤ ਕੀਤੀਆਂ। ਤੇ ਜਦੋਂ ਗੁਰੂ ਕੀ ਸੰਗਤ ਵਿੱਚ ਆਉਣ ਜਾਣ ਲੱਗ ਪਏ, ਮਾਲਕ ਨੇ ਇੰਨੀ ਕਿਰਪਾ ਕੀਤੀ ਕਿ ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਜੀ ਦੀ ਸਿੱਖਿਆ ਦੇ ਮੁਤਾਬਕ ਜਿੱਥੇ ਗ੍ਰਸਥ ਜੀਵਨ ਨੂੰ ਅਪਣਾਇਆ, ਉੱਥੇ ਨਾਲ ਦੀ ਨਾਲ ਗੁਰੂ ਕੀ ਸੰਗਤ ਵਿੱਚ ਵੀ ਆਉਂਦੇ, ਸਤਿਗੁਰੂ ਦੇ ਦਰ ਤੇ ਸੇਵਾ ਵਿੱਚ ਵੀ ਹਾਜ਼ਰ ਹੁੰਦੇ। ਤੇ ਜਿਵੇਂ ਭਾਈ ਸਾਹਿਬ ਜੀ ਗੱਲ ਕਰ ਰਹੇ ਸਨ ਕਿ ਜਦੋਂ ਗੁਰੂ ਨਾਨਕ ਸਾਹਿਬ ਜੀ ਨੇ ਪਰਖ ਕੀਤੀ, ਭਾਈ ਲਹਿਣਾ ਜੀ ਜਿਹੜੇ ਅਖੀਰ ਤੱਕ ਗੁਰੂ ਨਾਨਕ ਸਾਹਿਬ ਜੀ ਦੇ ਨਾਲ ਨਿਭੇ, ਤੇ ਜੇ ਉਹਨਾਂ ਤੋਂ ਕੋਈ ਪਿੱਛੇ ਸੀ ਤੇ ਉਹ ਸੀ ਬਾਬਾ ਬੁੱਢਾ ਸਾਹਿਬ, ਜਿਨ੍ਹਾਂ ਦੀ ਭਾਵਨਾ ਨੂੰ ਦੇਖ ਕੇ ਮੇਰੇ ਗੁਰੂ ਨਾਨਕ ਸਾਹਿਬ ਜੀ ਨੇ ਬਚਨ ਕਹੇ ਸਨ, ਬਾਬਾ ਬੁੱਢਾ ਤੈਥੋਂ ਓਲੇ ਨਾ ਹੋਸਾਂ, ਕਿ ਮੈਂ ਕਿਸੇ ਰੂਪ ਵਿੱਚ ਹੋਵਾਂਗਾ, ਕਿਸੇ ਥਾਂ ਤੇ ਹੋਵਾਂਗਾ, ਤੁਹਾਨੂੰ ਪਤਾ ਹੋਵੇਗਾ ਕਿ ਮੈਂ ਕਿੱਥੇ ਹਾਂ। ਇਹੀ ਕਾਰਨ ਕਿ ਜਿਵੇਂ ਜਿਵੇਂ ਗੁਰੂ ਜੋਤ ਦਾ ਇਤਿਹਾਸ ਤੁਰਦਾ ਔਰ 6ਵੇਂ ਪਾਤਸ਼ਾਹ ਤੱਕ, ਉਵੇਂ ਨਾਲ ਨਾਲ ਬਾਬਾ ਬੁੱਢਾ ਸਾਹਿਬ ਜੀ ਦਾ ਇਤਿਹਾਸ ਵੀ ਤੁਰੇਗਾ। ਬਾਬਾ ਬੁੱਢਾ ਸਾਹਿਬ ਜੀ ਦੀ ਕੁੱਲ ਉਮਰ 125 ਸਾਲ ਹੈ। 1506 ਵਿੱਚ ਉਹਨਾਂ ਦਾ ਕੱਥੂ ਨੰਗਲ ਵਿਖੇ ਜਨਮ ਹੁੰਦਾ
ਤੇ 1631 ਨੂੰ ਇਸ ਪਾਵਨ ਧਰਤੀ ਤੇ ਉਹ ਅਕਾਲ ਚਲਾਣਾ ਕਰਦੇ ਨੇ। 125 ਸਾਲ ਦੀ ਕੁੱਲ ਉਮਰ ਦੇ ਵਿੱਚੋਂ 113 ਸਾਲ, ਕਿਉਂਕਿ 12 ਸਾਲ ਦੀ ਉਮਰ ਵਿੱਚ ਉਹ ਗੁਰੂ ਜੀ ਦੀ ਸ਼ਰਨ ਵਿੱਚ ਆਏ ਸਨ। 113 ਸਾਲ ਉਹਨਾਂ ਨੇ ਗੁਰੂ ਨਾਨਕ ਸਾਹਿਬ ਦੇ ਘਰ ਦੀ ਸੇਵਾ ਕੀਤੀ। ਗੁਰੂ ਅੰਗਦ ਦੇਵ ਮਹਾਰਾਜ ਜੀ ਤੋਂ ਲੈ ਕੇ ਗੁਰੂ ਹਰਗੋਬਿੰਦ ਸਾਹਿਬ ਤੱਕ ਜਦੋਂ ਵੀ ਇੱਕ ਗੁਰ ਵਿਅਕਤੀ ਤੋਂ ਦੂਸਰੇ ਗੁਰ ਵਿਅਕਤੀ ਨੂੰ ਗੁਰਤਾ ਗੱਦੀ ਬਖਸ਼ਿਸ਼ ਹੁੰਦੀ ਤੇ ਸਤਿਗੁਰੂ ਗੁਰੂ ਨਾਨਕ ਸਾਹਿਬ ਦੇ ਹਜ਼ੂਰ ਹੀ, ਜਿੱਥੇ ਉਹਨਾਂ ਗੁਰੂ ਨਾਨਕ ਸਾਹਿਬ ਜੀ ਦਾ ਉਪਦੇਸ਼ ਸਰਵਣ ਕੀਤਾ, ਉਹਨਾਂ ਦੀ ਸੰਗਤ ਕੀਤੀ, ਦਰਸ਼ਨ ਕੀਤੇ, ਉੱਥੇ ਗੁਰੂ ਅੰਗਦ ਦੇਵ ਜੀ ਤੋਂ ਲੈ ਕੇ ਗੁਰੂ ਹਰਗੋਬਿੰਦ ਸਾਹਿਬ ਤੱਕ ਜਦੋਂ ਵੀ ਗੁਰਤਾ ਗੱਦੀ ਬਖਸ਼ਿਸ਼ ਹੁੰਦੀ ਤੇ ਗੁਰਬਾਣੀ ਦਾ ਜਿਹੜਾ ਅਮੋਲਕ ਖਜ਼ਾਨਾ ਸੀ, ਸ਼ਬਦ ਦਾ ਜਿਹੜਾ ਨਿਸ਼ਾਨ, ਸ਼ਬਦ ਦੀ ਰਾਹਦਾਰੀ, ਜਿਹਦਾ ਜ਼ਿਕਰ ਆਉਂਦਾ ਰਾਮਦਾਸ ਸੋਢੀ ਤਿਲਕ ਦਿਆ ਗੁਰ ਸ਼ਬਦ ਸੱਚ ਨਿਸ਼ਾਨ ਜਿਉ। ਸ਼ਬਦ ਦਾ ਤਿਲਕ, ਸ਼ਬਦ ਦਾ ਖਜ਼ਾਨਾ ਬਾਬਾ ਬੁੱਢਾ ਸਾਹਿਬ ਜੀ ਦੇ ਰਾਹੀਂ ਬਖਸ਼ਿਸ਼ ਕੀਤਾ ਜਾਂਦਾ ਸੀ ਤੇ ਨਾਲੇ ਇਹ ਉਪਦੇਸ਼ ਦਿੱਤਾ ਜਾਂਦਾ ਸੀ, ਪੁਰਖਾ ਅੱਜ ਤੋਂ ਬਾਅਦ ਸਭ ਤੋਂ ਵੱਡੀ ਜ਼ਿੰਮੇਵਾਰੀ ਗੁਰਬਾਣੀ ਦੀ ਸੰਭਾਲ, ਗੁਰਬਾਣੀ ਦਾ ਸਤਿਕਾਰ ਤੇ ਗੁਰਬਾਣੀ ਦਾ ਪ੍ਰਚਾਰ। ਜਦੋਂ ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਜੀ ਨੇ ਗੁਰੂ ਅੰਗਦ ਦੇਵ ਮਹਾਰਾਜ ਜੀ ਨੂੰ ਗੁਰਿਆਈ ਬਖਸ਼ਿਸ਼ ਕੀਤੀ, ਅਸੀਂ ਇਤਿਹਾਸ ਵਿੱਚ ਪੜ੍ਹਦੇ ਹਾਂ, ਵਿੱਚ ਕਰਤਾਰਪੁਰੇ ਜਗਰਾਈ ਗੁਰ ਅੰਗਦ ਕੋ ਦੀਨ ਵਡਾਈ, ਆਪਨ ਕੀਨ ਸੱਚਖੰਡ ਪਿਆਨਾ ਜੋਤ ਰੂਪ ਬਿਬ ਤਨ ਪਲਟਾਨਾ, ਜਿਉ ਅਦਪਤਿਕ ਕੋਸ਼ਿਸ਼ ਤਜ ਕੈ ਬੈਠੇ ਆਨ ਸਭਾ ਮੈਂ ਸਜ ਕੈ, ਤਿਉ ਖਡੂਰ ਮੈਂ ਆਨ ਬਰਾਜੇ ਜਿਨ ਸਿਮਰਨ ਸਭ ਕਲਮਲ ਭਾਜੇ। ਭਾਈ ਗੁਰਦਾਸ ਜੀ ਨੇ ਵੀ ਜ਼ਿਕਰ ਕੀਤਾ ਕਿ ਦਿੱਤਾ ਛੋੜ ਕਰਤਾਰਪੁਰ ਬੈਠ ਖਡੂਰੈ ਜੋਤ ਜਗਾਈ। ਬਾਬਾ ਸੱਤਾ ਜੀ, ਬਾਬਾ ਬਲਵੰਡ ਜੀ ਦੀ ਬਾਣੀ ਵਿੱਚ ਵੀ, ਰਾਮਕਲੀ ਕੀ ਵਾਰ ਵਿੱਚ ਵੀ ਜ਼ਿਕਰ ਹੈ, ਗੁਰ ਚੇਲੇ ਰਹਿ ਰਾਸ ਕੀ ਨਾਨਕ ਸਲਾਮਤ ਥੀਵੰਦੈ, ਸ਼ੈ ਟਿੱਕਾ ਦਿਤੋਸ ਜੀਵੰਦੈ। ਉੱਥੇ ਜ਼ਿਕਰ ਹੈ ਕਿ ਗੁਰੂ ਨਾਨਕ ਸਾਹਿਬ ਜੀ ਨੇ ਆਪਣੀ ਸਰੀਰਕ ਸਲਾਮਤੀ ਵਿੱਚ ਭਾਈ ਲਹਿਣਾ ਜੀ ਨੂੰ ਗੁਰਤਾ ਗੱਦੀ ਬਖਸ਼ਿਸ਼ ਕੀਤੀ ਤੇ ਗੁਰੂ ਅੰਗਦ ਦੇਵ ਮਹਾਰਾਜ ਜੀ ਦਾ ਖਿਤਾਬ ਦੇ ਕੇ ਉਹਨਾਂ ਨੂੰ ਇਹ ਉਪਦੇਸ਼ ਦਿੱਤਾ ਸੀ, ਪੁਰਖਾ ਕਰਤਾਰਪੁਰ ਸਾਹਿਬ ਤੋਂ ਹੁਣ ਤੁਸੀਂ ਖਡੂਰ ਸਾਹਿਬ ਜਾਣਾ ਹੈ। ਤੇ ਮੈਂ ਸਰਵਣ ਕਰ ਰਿਹਾ ਸਾਂ ਕਿ ਭਾਈ ਸਾਹਿਬ ਜੀ ਜ਼ਿਕਰ ਕਰ ਰਹੇ ਸਨ ਕਿ ਜਦੋਂ ਖਡੂਰ ਸਾਹਿਬ ਦੀ ਧਰਤੀ ਤੇ ਮਾਤਾ ਭਰਾਈ ਜੀ ਪਿੰਡ ਜਿਹੜਾ ਸੰਗਰ ਹੈ, ਉਥੋਂ ਦੇ ਵਸਨੀਕ ਉਹਨਾਂ ਦੇ ਘਰ ਜਾ ਕੇ ਜਦੋਂ ਗੁਰੂ ਅੰਗਦ ਦੇਵ ਮਹਾਰਾਜ ਜੀ ਇਕਾਂਤਵਾਸ ਹੋ ਗਏ ਤੇ ਨਾਲੇ ਮਾਤਾ ਭਰਾਈ ਜੀ ਨੂੰ ਇਹ ਪ੍ਰੇਰਨਾ ਕੀਤੀ ਕਿ ਜਿਸ ਕਮਰੇ ਵਿੱਚ ਅਸੀਂ ਬੈਠਣ ਲੱਗੇ ਹਾਂ, ਤੁਸੀਂ ਬਾਹਰੋਂ ਦਰਵਾਜ਼ਾ ਬੰਦ ਕਰਕੇ ਉਹਦਾ ਪੂਰਾ ਬਾਹਰੋਂ ਲੇਪਨ ਕਰ ਦਿਓ। ਤੇ ਸੰਗਤਾਂ ਜਦੋਂ ਵਿਆਕਲ ਹੋਈਆਂ, ਕਿਉਂਕਿ ਸੰਗਤ ਦੀ ਹਾਲਤ ਗੁਰੂ ਤੋਂ ਬਿਨਾਂ ਇਸ ਤਰ੍ਹਾਂ ਹੋ ਜਾਂਦੀ ਹੈ, ਜਿਉਂ ਪ੍ਰਾਣੀ ਜਲ ਬਿਨ ਹੈ ਮਰਤਾ, ਤਿਉਂ ਸਿੱਖ ਗੁਰ ਬਿਨ ਮਰ ਜਾਈ। ਬੜੀਆਂ ਉਦਾਹਰਨਾਂ ਦਿੱਤੀਆਂ ਨੇ ਕਿ ਮੋਹੇ ਰੈਣ ਨਾ ਵਿਹਾਵੈ ਨੀਂਦ ਨਾ ਆਵੈ। ਹੇ ਮੇਰੇ ਗੁਰੂ ਜੀ, ਜਦੋਂ ਮੈਂ ਦਰਸ਼ਨ ਨਹੀਂ ਕਰਦਾ ਤੇ ਉਸ ਵੇਲੇ ਮੈਨੂੰ ਨਾ ਚੱਜ ਨਾਲ ਨੀਂਦ ਆਉਂਦੀ ਹੈ, ਨਾ ਭੁੱਖ ਲੱਗਦੀ ਹੈ, ਨਾ ਪਿਆਸ ਲੱਗਦੀ ਹੈ। ਕੇਵਲ ਇੱਕੋ ਹੀ ਮਨ ਦੇ ਅੰਦਰ ਤਾਂਘ ਹੁੰਦੀ ਹੈ, ਹਰ ਦਰਸ਼ਨ ਕੋ ਮੇਰਾ ਮਨ ਬੋ ਤਪਤੈ, ਜਿਉ ਤ੍ਰਿਖਾਵੰਤ ਬਿਨ ਨੀਰ। ਜਨ ਨਾਨਕ ਕੀ ਹਰ ਆਸ ਪੁਜਾਵੋ, ਹਰ ਦਰਸ਼ਨ ਸ਼ਾਂਤ ਸਰੀਰ। ਗਰੀਬ ਨਵਾਜ ਜਦੋਂ ਇਕਾਂਤਵਾਸ ਹੋਏ ਤੇ ਸੰਗਤ ਵਿਆਕਲ ਹੋ ਗਈ ਤੇ ਸੰਗਤਾਂ ਦਾ ਧਿਆਨ ਬਾਬਾ ਬੁੱਢਾ ਸਾਹਿਬ ਜੀ ਵੱਲ ਗਿਆ ਕਿ ਗੁਰੂ ਜੀ ਦੀਆਂ ਉਹਨਾਂ ਨੂੰ ਅਸੀਸਾਂ ਨੇ, ਬਾਬਾ ਬੁੱਢਾ ਤੈਥੋਂ ਓਲੇ ਨਾ ਹੋਸਾਂ। ਤੇ ਜਦੋਂ ਬਾਬਾ ਬੁੱਢਾ ਜੀ ਦੇ ਕੋਲ ਗੁਰੂ ਕੀ ਸੰਗਤ ਗਈ ਤੇ ਬਾਬਾ ਬੁੱਢਾ ਸਾਹਿਬ ਜੀ ਨੇ ਆਪਣੇ ਨਾਲ ਨਹੀਂ ਜੋੜਿਆ, ਸੰਗਤ ਨੂੰ ਉਪਦੇਸ਼ ਕੀਤਾ ਵੀ ਜੇ ਗੁਰੂ ਦੇ ਦਰਸ਼ਨ ਕਰਨੇ ਨੇ ਨਾ ਤੇ ਫਿਰ ਗੁਰੂ ਨਾਨਕ ਸਾਹਿਬ ਦੀ ਬਾਣੀ ਪੜ੍ਹੋ, ਗੁਰੂ ਨਾਨਕ ਸਾਹਿਬ ਦੀ ਬਾਣੀ ਗਾਵੋ। ਜਦੋਂ ਗੁਰੂ ਅੰਗਦ ਦੇਵ ਜੀ ਦੇ ਪਾਵਨ ਸ਼ਰਵਣਾ ਵਿੱਚ, ਪਾਵਨ ਕੰਨਾਂ ਵਿੱਚ ਗੁਰੂ ਨਾਨਕ ਸਾਹਿਬ ਜੀ ਦੀ ਬਾਣੀ ਪਵੇਗੀ, ਉਹਨਾਂ ਨੇ ਆਪਣੇ ਆਪ ਹੀ ਪ੍ਰਗਟ ਹੋ ਜਾਣਾ। ਤੇ ਸੱਚਮੁੱਚ ਇਹ ਗੁਰੂ ਅੰਗਦ ਦੇਵ ਜੀ ਦੇ ਬਚਨ ਨੇ, ਕਿਸ ਹੀ ਕੋਈ ਕੋਏ ਮੰਝ ਨਿਮਾਣੀ, ਇੱਕ ਤੂੰ ਕਿਉਂ ਨਾ ਮਰੀਜੈ ਰੋਏ, ਜਾਂ ਲਗ ਚਿਤ ਨਾ ਆਵੇ। ਇਹਨਾਂ ਪਿਆਰ ਗੁਰੂ ਨਾਨਕ ਸਾਹਿਬ ਨਾਲ ਕਿ ਸਾਹਿਬ ਨੇ ਜਿਹੜੇ 63 ਸ਼ਲੋਕ ਉਚਾਰਨ ਕੀਤੇ, ਉਹਨਾਂ ਵਿੱਚ ਜ਼ਿਕਰ ਹੈ
जिस प्यारे स्यों नेहो तिस अग्गै मर चलिए ਧ੍ਰਿਗ ਜੀਵਨ ਸੰਸਾਰ ਤਾਂ ਕੈ ਪਾਸ਼ੈ ਜੀਵਨ। ਆਸਾ ਜੀ ਦੀ ਵਾਰ ਦੀ ਸਮਾਪਤੀ ਵੇਲੇ ਜਿਹੜੇ ਅਸੀਂ ਬਚਨ ਸੁਣਦੇ ਹਾਂ, ਇਹ ਕਨੇਹੀ ਆਸ਼ਕੀ ਦੂਜੈ ਲੱਗੈ ਜਾਏ, ਇਹ ਗੁਰੂ ਅੰਗਦ ਦੇਵ ਜੀ ਦੇ ਬਚਨ ਨੇ। ਵੀ ਤੇਰੀ ਗੁਰੂ ਨਾਨਕ ਸਾਹਿਬ ਨਾਲ ਕਾਹਦੀ ਪ੍ਰੀਤ ਹੈ, ਵੀ ਤੂੰ ਗੁਰੂ ਨਾਨਕ ਸਾਹਿਬ ਦੇ ਦਰ ਤੇ ਵੀ ਜਾਣਾ ਤੇ ਜਠੇਰੇ ਵੀ ਜਾ ਆਉਣਾ, ਤੂੰ ਗੁਰੂ ਨਾਨਕ ਸਾਹਿਬ ਜੀ ਦੇ ਦਰ ਤੇ ਵੀ ਜਾਣਾ ਤੇ ਅਲਪ ਸ਼ਕਤੀਆਂ ਨੂੰ ਵੀ ਪੂਜ ਆਉਣਾ, ਚੰਗੇ ਮਾੜੇ ਦਿਨਾਂ ਦੀਆਂ ਵਿਚਾਰਾਂ ਵੀ ਕਰਦਾ, ਹੋਰ ਥਾਵਾਂ ਤੇ ਵੀ ਭਟਕਣਾ। ਇਹ ਤੇਰੀ ਸੱਚੀ ਪ੍ਰੀਤ ਗੁਰੂ ਨਾਨਕ ਸਾਹਿਬ ਦੇ ਨਾਲ ਨਹੀਂ ਹੈ। ਇਹ ਗੁਰੂ ਅੰਗਦ ਦੇਵ ਮਹਾਰਾਜ ਜੀ ਦੇ ਬਚਨ ਨੇ। ਤੇ ਜਦੋਂ ਗੁਰੂ ਕੀ ਸੰਗਤ ਨੇ ਰਲ ਮਿਲ ਕੇ ਗੁਰਬਾਣੀ ਦਾ ਕੀਰਤਨ ਕੀਤਾ, ਸ਼ਬਦ ਗਾਇਨ ਹੋਏ, ਤੇ ਗੁਰੂ ਅੰਗਦ ਦੇਵ ਮਹਾਰਾਜ ਜੀ ਜਦੋਂ ਬਾਣੀ ਨੂੰ ਸੁਣਿਆ, ਉਹਨਾਂ ਨੇ ਦਰਸ਼ਨ ਦਿੱਤੇ ਤੇ ਨਾਲੇ ਬਾਬਾ ਬੁੱਢਾ ਸਾਹਿਬ ਜੀ ਨੂੰ ਅਸੀਸਾਂ ਦੇ ਕੇ ਉਹਨਾਂ ਨੇ ਨਵਾਜਿਆ ਸੀ। ਤਿੰਨ ਕੋ ਕਿਆ ਉਪਦੇਸੀਆ ਜਿਨ ਗੁਰ ਨਾਨਕ ਦਿਓ, ਕਿ ਜਿਨ੍ਹਾਂ ਦਾ ਗੁਰੂ ਨਾਨਕ ਗੁਰੂ ਹੋਵੇ ਉਹਨਾਂ ਨੂੰ ਹੋਰ ਸਿੱਖਿਆ ਦੇਣ ਦੀ, ਹੋਰ ਉਪਦੇਸ਼ ਦੀ ਲੋੜ ਨਹੀਂ, ਕਿਉਂਕਿ ਇਹ ਸਿਖਰ ਦਾ ਉਪਦੇਸ਼ ਹੈ, ਇਸ ਤੇ ਉੱਪਰ ਨਹੀਂ ਵਿਚਾਰ। ਜਾਂਕੈ ਮਨ ਵਸਿਆ ਨਿਰੰਕਾਰ। ਸਭ ਕਹਿਣ ਲੱਗੇ ਸਰਬ ਧਰਮ ਮਾਨੋ ਤੇ ਕੀਏ, ਜੇ ਪ੍ਰਭ ਕੀਰਤ ਗਾਈ। ਜਿਨੇ ਪਰਮੇਸ਼ਰ ਦੀ ਕੀਰਤੀ ਕਰ ਲਈ ਉਹਨੇ ਸਾਰੇ ਧਰਮ ਕਮਾ ਲਏ। ਤੇ ਦੂਸਰੇ ਪਾਸੇ ਸਾਰੇ ਧਰਮ ਕਰਮ ਕਰ ਲਓ ਪਰ ਰੱਬ ਦੀ ਬੰਦਗੀ ਨਾ ਕਰੋ। ਤੇ ਸਾਹਿਬ ਦੇ ਬਚਨ ਨੇ ਅਵਰ ਕਰਤੂਤ ਸਗਲੀ ਜਮ ਡਾਨੈ, ਗੋਬਿੰਦ ਭਜਨ ਬਿਨ ਤਿਲ ਨਹੀਂ ਮਾਨੈ। ਇੱਕ ਸਹਰ ਕੇ ਨਾਮ ਬਿਨ ਅੱਗੇ ਲਈਐ ਖੋਏ। ਇੱਕ ਪਰਮੇਸ਼ਰ ਦੀ ਬੰਦਗੀ ਤੋਂ ਬਿਨਾਂ ਬਾਕੀ ਤੇ ਰਾਹ ਵਿੱਚ ਹੀ ਖੋ ਲਿਆ ਜਾਣਾ, ਕਿਉਂਕਿ ਉਹਨੂੰ ਮਾਨਤਾ ਨਹੀਂ ਹੈ ਪਰਲੋਕ ਵਿੱਚ। ਪਰਲੋਕ ਵਿੱਚ ਜੇ ਮਾਨਤਾ ਹੈ ਤੇ ਕੇਵਲ ਪਰਮੇਸ਼ਰ ਦੀ ਬੰਦਗੀ ਨੂੰ ਹੈ। ਇਸੇ ਕਰਕੇ ਸਾਹਿਬ ਨੇ ਸਾਨੂੰ ਸਿੱਖਿਆ ਦਿੱਤੀ, ਪ੍ਰਾਣੀ ਏਕੋ ਨਾਮ ਧਿਆਵੋ, ਆਪਣੀ ਪਤ ਛੇਤੀ ਘਰ ਜਾਵੋ। ਤੇ ਜੇ ਅਸੀਂ ਰੱਬ ਦੀ ਬੰਦਗੀ ਨਹੀਂ ਕੀਤੀ ਤੇ ਫਿਰ ਸੰਸਾਰ ਵਿੱਚ ਭਾਵੇਂ ਜਿੰਨੀ ਮਰਜ਼ੀ ਸ੍ਰੇਸ਼ਟ ਮੱਤ ਹੋਵੇ, ਜਿੰਨੀ ਮਰਜ਼ੀ ਸ੍ਰੇਸ਼ਟ ਪੱਤ ਹੋਵੇ, ਪਰ ਸਾਹਿਬ ਕਹਿੰਦੇ ਨੇ ਦੇਨਹਾਰ ਪ੍ਰਭ ਛੋੜ ਕੇ ਲਾਗੈ ਆਨ ਸੁਆਏ, ਨਾਨਕ ਕਹੂੰ ਨਾ ਸੀਜਈ ਬਿਨ ਨਾਵੇਂ ਪਤ ਜਾਏ। ਤਿੰਨ ਮਤ ਤਿੰਨ ਪਤ ਤਿੰਨ ਧਨ ਪੱਲੇ, ਜਿਨ ਹਿਰਦੈ ਰਹਿਆ ਸਮਾਏ। ਗੁਰੂ ਅੰਗਦ ਦੇਵ ਮਹਾਰਾਜ ਜੀ ਨੇ ਖਡੂਰ ਸਾਹਿਬ ਦੀ ਧਰਤੀ ਤੇ ਜਿੱਥੇ ਗੁਰਮੁਖੀ ਲਿਪੀ ਬੱਚਿਆਂ ਨੂੰ ਸਿਖਾਈ, ਉੱਥੇ ਬਾਬਾ ਬੁੱਢਾ ਸਾਹਿਬ ਜੀ ਵੀ ਬੱਚਿਆਂ ਨੂੰ ਗੁਰਮੁਖੀ ਪੜ੍ਹਾਉਣ ਦੀ ਸੇਵਾ ਕਰਿਆ ਕਰਦੇ ਸਨ। ਗੁਰੂ ਅੰਗਦ ਦੇਵ ਮਹਾਰਾਜ ਜੀ ਦੇ ਦਰ ਤੇ ਰਹਿ ਕੇ ਬਾਬਾ ਬੁੱਢਾ ਸਾਹਿਬ ਜੀ ਨੇ ਗੁਰੂ ਅੰਗਦ ਦੇਵ ਜੀ ਨੂੰ ਗੁਰੂ ਨਾਨਕ ਸਾਹਿਬ ਜੀ ਦਾ ਰੂਪ ਜਾਣ ਕੇ ਉਹਨਾਂ ਦੇ ਹਰ ਹੁਕਮ ਦੇ ਅੱਗੇ ਸੀਸ ਨਵਾਇਆ। ਤੇ ਜਦੋਂ ਗੁਰੂ ਅੰਗਦ ਦੇਵ ਮਹਾਰਾਜ ਜੀ ਨੇ ਤੁਰਟ ਕੇ ਬਾਬਾ ਅਮਰਦਾਸ ਜੀ ਨੂੰ ਤਕਰੀਬਨ 73-74 ਸਾਲ ਦੀ ਉਮਰ ਦੇ ਵਿੱਚ ਗੁਰਤਾ ਗੱਦੀ ਬਖਸ਼ਿਸ਼ ਕੀਤੀ। ਅਸੀਂ ਬਚਨ ਪੜ੍ਹੇ ਬਾਣੀ ਵਿੱਚ ਕਿ ਗੁਰੂ ਅਮਰਦਾਸ ਮਹਾਰਾਜ ਜੀ ਨੂੰ ਇਸ ਢੰਗ ਨਾਲ ਨਿਵਾਜਿਆ ਗਿਆ, ਕਿਆ ਸਲਾਹੀ ਸੱਚੇ ਪਾਤਸ਼ਾਹ ਜਾਂ ਤੂੰ ਸੁਗੜ ਸੁਜਾਨ, ਝੱਖੜ ਵਾਉ ਨਾ ਡੋਲਈ ਪਰਬਤ ਮੇ ਰਾਣ। ਭਾਈ ਗੁਰਦਾਸ ਜੀ ਨੇ ਵੀ ਜ਼ਿਕਰ ਕੀਤਾ, ਲੈਣੇ ਪਾਈ ਨਾਨਕੋਂ ਦੇਣੀ ਅਮਰਦਾਸ ਘਰ ਆਈ, ਗੁਰ ਬੈਠਾ ਅਮਰ ਸਰੂਪ ਹੋਏ, ਗੁਰਮੁਖ ਪਾਈ ਦਾਤ ਅਲਾਈ, ਫੇਰ ਵਸਾਇਆ ਗੋਇੰਦਵਾਲ, ਅਚਰਜ ਖੇਲ ਨਾ ਲਖਿਆ ਜਾਈ, ਦਾਤ ਜੋਤ ਖਸਮੈ ਵਡਿਆਈ। ਗੁਰੂ ਅੰਗਦ ਦੇਵ ਮਹਾਰਾਜ ਜੀ ਦਾ ਹੁਕਮ ਮੰਨ ਕੇ ਜਦੋਂ ਬਿਆਸ ਦਰਿਆ ਦੇ ਕੰਢੇ ਤੇ ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਜੀ ਨੇ ਨਗਰ ਵਸਾਇਆ, ਜਾਤ ਪਾਤ ਵਹਿਮਾਂ ਭਰਮਾਂ ਊਚ ਨੀਚ ਅਤੇ ਹਉਮੈ ਹੰਕਾਰ ਦੀ 84 ਕੱਟਣ ਵਾਸਤੇ ਇੱਕ 84 ਪੌੜੀਆਂ ਦੀ ਸਰਬ ਸਾਂਝੀ ਬੌਲੀ ਦਾ ਨਿਰਮਾਣ ਕੀਤਾ ਗਿਆ। ਤੇ ਉਸ ਵੇਲੇ ਵੀ ਬਾਬਾ ਬੁੱਢਾ ਸਾਹਿਬ ਜੀ ਨੂੰ ਮਾਣ ਦਿੱਤਾ ਕਿ ਬੌਲੀ ਸਾਹਿਬ ਦਾ ਜਿਹੜਾ ਟੱਕ ਹੈ, ਸ਼ੁਰੂਆਤ ਜਿਹੜੀ ਹੈ ਉਹ ਬਾਬਾ ਬੁੱਢਾ ਸਾਹਿਬ ਜੀ ਤੋਂ ਕਰਵਾਈ। ਜਦੋਂ ਗੁਰੂ ਅਮਰਦਾਸ ਮਹਾਰਾਜ ਜੀ ਨੇ 22 ਮੰਜੀਆਂ 22 ਪ੍ਰਚਾਰਕਾਂ ਨੂੰ ਬਖਸ਼ਿਸ਼ ਕੀਤੀਆਂ, ਕਿਉਂਕਿ ਗੁਰੂ ਸਾਹਿਬ ਜੀ ਜਿਸ ਸਿੰਘਾਸਨ ਤੇ ਪ੍ਰਕਾਸ਼ਮਾਨ ਹੁੰਦੇ ਨੇ ਉਹ ਸਿੰਘਾਸਨ ਤਖਤ ਹੈ, ਤੇ ਜਿੱਥੇ ਸਿੱਖ ਪ੍ਰਚਾਰ ਕਰਨ ਲਈ ਬੈਠਦਾ ਉਹ ਮੰਜੀ ਸਾਹਿਬ ਹੈ। ਇਹੀ ਕਾਰਨ ਕਿ ਜਿੱਥੇ ਗੁਰੂ ਨਾਨਕ ਸਾਹਿਬ ਜੀ ਨੇ ਧਰਮਸ਼ਾਲਾ ਰਚ ਕੇ ਉੱਥੇ ਸਿੱਖਾਂ ਨੂੰ ਸੰਗਤ ਦੇ ਰੂਪ ਵਿੱਚ ਜੁੜਨ ਦੀ ਪ੍ਰੇਰਨਾ ਕੀਤੀ, ਉੱਥੇ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਮੰਜੀ ਸਾਹਿਬ ਬਣਾਇਆ
ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕਰਨ ਲਈ ਸ੍ਰੀ ਦਰਬਾਰ ਸਾਹਿਬ ਸ੍ਰੀ ਹਰਿਮੰਦਰ ਸਾਹਿਬ ਜੀ ਦੀ ਸਿਰਜਣਾ ਕੀਤੀ। ਉਸ ਤੋਂ ਬਾਅਦ ਸ੍ਰੀ ਅਕਾਲ ਤਖਤ ਸਾਹਿਬ ਜੀ ਦੀ ਸਿਰਜਣਾ ਹੋਈ, ਕਿਉਂਕਿ ਮੰਜੀ ਦਾ ਅਰਥ ਹੈ ਪ੍ਰਚਾਰਕ ਸ਼੍ਰੇਣੀ ਦੇ ਨਾਲ ਸੰਬੰਧ। ਇਸੇ ਕਰਕੇ ਗਰੀਬ ਨਵਾਜ ਜੀ ਨੇ 22 ਮੰਜੀਆਂ ਬਖਸ਼ਿਸ਼ ਕੀਤੀਆਂ ਤੇ 52 ਪੀੜੇ ਸਤਿਕਾਰਯੋਗ ਸਾਡੀਆਂ ਮਾਵਾਂ ਭੈਣਾਂ ਤੇ ਧੀਆਂ ਨੂੰ ਬਖਸ਼ਿਸ਼ ਕੀਤੇ ਸਨ, ਕਿਉਂਕਿ ਗੁਰੂ ਅਮਰਦਾਸ ਜੀ ਦੇ ਜੀਵਨ ਵਿੱਚ ਗੁਰੂ ਅੰਗਦ ਦੇਵ ਜੀ ਦੀ ਸੁਪੁੱਤਰੀ ਬੀਬੀ ਅਮਰੋ ਜੀ ਦਾ ਬੜਾ ਪ੍ਰਭਾਵ ਸੀ, ਜਿਨ੍ਹਾਂ ਤੋਂ ਗੁਰੂ ਨਾਨਕ ਸਾਹਿਬ ਜੀ ਦਾ ਸ਼ਬਦ ਸੁਣ ਕੇ ਬਾਬਾ ਅਮਰਦਾਸ ਜੀ ਤੀਰਥਾਂ ਤੇ ਭਟਕਣ ਦੀ ਬਜਾਏ ਗੁਰੂ ਅੰਗਦ ਦੇਵ ਜੀ ਦੀ ਸ਼ਰਨ ਵਿੱਚ ਆਏ ਸਨ ਤੇ ਆ ਕੇ ਉਹਨਾਂ ਨੇ 88 ਤੀਰਥਾਂ ਦਾ ਇਸ਼ਨਾਨ ਗੁਰੂ ਦੇ ਸ਼ਬਦ ਵਿੱਚੋਂ ਕੀਤਾ ਸੀ। ਕਿਉਂਕਿ ਰੋਜ਼ ਅਸੀਂ ਪੜ੍ਹਦੇ ਹਾਂ ਸੁਣਿਆ 68 ਕਾ ਇਸ਼ਨਾਨ, 68 ਤੀਰਥ ਗੁਰ ਸ਼ਬਦ ਦਿਖਾਏ ਤਿਤ ਨਹਾਤੈ ਮਲ ਜਾਈ, ਗੁਰ ਸਿੱਖੀ ਦਾ ਨਹਾਵਣਾ ਗੁਰਮਤ ਲੈ ਦੁਰਮਤ ਮਲ ਧੋਵੈ। ਗੁਰ ਸਿੱਖੀ ਦਾ ਇਸ਼ਨਾਨ ਹੈ ਕਿ ਗੁਰੂ ਦੀ ਮੱਤ ਦਾ, ਗੁਰੂ ਦੇ ਉਪਦੇਸ਼ ਦਾ ਜਲ ਲੈ ਕੇ ਆਪਣੇ ਅੰਦਰੋਂ ਭੈੜੀ ਮੱਤ ਦੀ ਜਿਹੜੀ ਮੈਲ ਹੈ ਉਹਨੂੰ ਧੋ ਕੇ ਰੱਖ ਦੇ। ਔਰ ਸੱਚਮੁੱਚ ਬਾਬਾ ਅਮਰਦਾਸ ਜੀ ਉਸ ਤੋਂ ਬਾਅਦ ਫਿਰ ਜੇ ਦੁਬਾਰਾ ਤੀਰਥਾਂ ਤੇ ਗਏ ਤੇ ਤੀਰਥ ਇਸ਼ਨਾਨ ਕਰਨ ਦੀ ਭਾਵਨਾ ਨਾਲ ਨਹੀਂ, ਸਗੋਂ ਪ੍ਰਚਾਰ ਕਰਨ ਲਈ ਗਏ। ਤੀਰਥ ਉਦਮ ਸਤਿਗੁਰ ਕੀਆ ਸਭ ਲੋਕ ਉਦਰਨ ਅਰਥਾ। ਜਿਹੜੇ ਲੋਕ ਤੀਰਥਾਂ ਤੇ ਭਟਕ ਰਹੇ ਸਨ ਉਹਨਾਂ ਨੂੰ ਦੱਸਣ ਲਈ ਕਿ ਸੱਚੇ ਸਤਿਗੁਰੂ ਦੀ ਜਿਹੜੀ ਸੇਵਾ ਹੈ ਉਹ ਹੈ ਅਸਲ ਤੀਰਥ ਇਸ਼ਨਾਨ, ਸਾਚਾ ਨਹਾਵਣ ਗੁਰ ਕੀ ਸੇਵਾ। ਜੇ ਕੋਈ ਪੁੱਠਾ ਲਟਕ ਕੇ ਤਪ ਕਰ ਰਿਹਾ ਸੀ ਉਹਨੂੰ ਸਮਝਾਇਆ ਗੁਰ ਸੇਵਾ ਤਪਾਂ ਸਿਰ ਤਪ ਸਾਰ। ਸਿੱਖੀ ਦਾ ਤਪ ਹੈ ਗੁਰੂ ਦੀ ਸੇਵਾ, ਸਿੱਖੀ ਦਾ ਇਸ਼ਨਾਨ ਹੈ ਗੁਰੂ ਦੀ ਸੇਵਾ। ਤੇ ਜਦੋਂ ਬਾਬਾ ਅਮਰਦਾਸ ਜੀ ਨੇ ਪ੍ਰਚਾਰਕ 22 ਮੰਜੀਆਂ ਗੋਇੰਦਵਾਲ ਸਾਹਿਬ ਦੀ ਧਰਤੀ ਤੋਂ ਸ਼ੁਰੂ ਕੀਤੀਆਂ, 52 ਪੀੜੇ ਸ਼ੁਰੂ ਕੀਤੇ ਤੇ ਉਹਨਾਂ ਸਾਰਿਆਂ ਦੇ ਇੰਚਾਰਜ ਬਾਬਾ ਬੁੱਢਾ ਸਾਹਿਬ ਜੀ ਨੂੰ ਬਣਾਇਆ। ਏਡਾ ਵੱਡਾ ਜਿਹੜਾ ਮਾਣ ਸੀ ਉਹ ਬਾਬਾ ਬੁੱਢਾ ਸਾਹਿਬ ਜੀ ਨੂੰ ਬਖਸ਼ਿਸ਼ ਕੀਤਾ ਗਿਆ। ਜੇ ਗੁਰੂ ਅਮਰਦਾਸ ਮਹਾਰਾਜ ਜੀ ਨੇ ਗੁਰੂ ਰਾਮਦਾਸ ਮਹਾਰਾਜ ਜੀ ਨੂੰ, ਭਾਈ ਜੇਠਾ ਜੀ ਨੂੰ ਇਸ਼ਾਰਾ ਕੀਤਾ ਕਿ ਗੋਇੰਦਵਾਲ ਸਾਹਿਬ ਤੋਂ ਅੰਮ੍ਰਿਤਸਰ ਸਾਹਿਬ ਭਾਵ ਜਿੱਥੇ ਚੱਕ ਰਾਮਦਾਸ ਜਾਂ ਪਹਿਲਾਂ ਜਿਸ ਪਵਿੱਤਰ ਧਰਤੀ ਨੂੰ ਤੁੰਗ ਪਿੰਡ ਦੇ ਜ਼ਿਮੀਂਦਾਰਾਂ ਤੋਂ 700 ਅਕਬਰੀ ਟਕੇ ਦੇ ਕੇ ਗੁਰੂ ਅਮਰਦਾਸ ਜੀ ਨੇ ਜਰ ਖਰੀਦਿਆ ਸੀ, ਉਸ ਸਮੇਂ ਰਜਿਸਟਰੀ ਕੇਵਲ ਵਿਅਕਤੀ ਦੇ ਨਾਮ ਹੁੰਦੀ ਸੀ। ਇਸ ਕਰਕੇ ਪਹਿਲਾ ਨਾਮ ਰੱਖਿਆ ਗਿਆ ਗੁਰੂ ਕਾ ਚੱਕ ਜਾਂ ਚੱਕ ਰਾਮਦਾਸ, ਤੇ ਬਾਅਦ ਵਿੱਚ ਨਗਰ ਦਾ ਨਾਮ ਰੱਖਿਆ ਅੰਮ੍ਰਿਤਸਰ। ਜਿਵੇਂ ਆਨੰਦਪੁਰ ਸਾਹਿਬ ਦਾ ਪਹਿਲਾ ਨਾਮ ਮਾਖੋਵਾਲ ਤੇ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਮੁੱਲ ਖਰੀਦ ਕੇ ਉਸ ਧਰਤੀ ਦੀ ਰਜਿਸਟਰੀ ਜਿਹੜੀ ਸੀ ਉਹ ਮਾਤਾ ਨਾਨਕੀ ਦੇ ਨਾਮ ਤੇ ਕਰਾਈ, ਇਸ ਕਰਕੇ ਉਹਦਾ ਨਾਮ ਰੱਖਿਆ ਗਿਆ ਚੱਕ ਨਾਨਕੀ, ਕਿਉਂਕਿ ਉਸ ਵੇਲੇ ਵਿਅਕਤੀ ਦੇ ਨਾਮ ਤੇ ਰਜਿਸਟਰੀ ਹੁੰਦੀ ਸੀ। ਅੱਜ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਮ ਤੇ ਰਜਿਸਟਰੀ ਹੋ ਜਾਂਦੀ। ਜਦੋਂ ਅੰਮ੍ਰਿਤਸਰ ਸ਼ਹਿਰ ਨਗਰ ਦੀ ਬੁਨਿਆਦ ਮੋੜੀ ਗੱਡੀ ਗਈ ਜਾਂ ਪਾਵਨ ਸਰੋਵਰਾਂ ਦੀ ਸੇਵਾ ਸ਼ੁਰੂ ਕੀਤੀ ਗਈ ਤੇ ਉਸ ਵੇਲੇ ਵੀ ਬਾਬਾ ਬੁੱਢਾ ਸਾਹਿਬ ਜੀ ਨੂੰ ਟੱਕ ਲਾਉਣ ਲਈ ਜਾਂ ਅਰਦਾਸ ਕਰਨ ਵਾਸਤੇ ਅੱਗੇ ਕੀਤਾ ਗਿਆ। ਜਦੋਂ ਗੁਰੂ ਅਮਰਦਾਸ ਮਹਾਰਾਜ ਜੀ ਨੂੰ ਗੁਰਤਾ ਗੱਦੀ ਬਖਸ਼ਿਸ਼ ਹੋਈ ਉਸ ਵੇਲੇ ਵੀ ਗੁਰਤਾ ਗੱਦੀ ਦਾ ਜਿਹੜਾ ਤਿਲਕ ਸੀ ਉਹ ਬਾਬਾ ਬੁੱਢਾ ਸਾਹਿਬ ਜੀ ਦੇ ਰਾਹੀਂ ਦਿੱਤਾ ਗਿਆ। ਜਿਵੇਂ ਗੁਰੂ ਨਾਨਕ ਸਾਹਿਬ ਜੀ ਨੇ ਮਾਣ ਬਖਸ਼ਿਸ਼ ਕੀਤਾ ਸੀ ਭਾਈ ਲਹਿਣਾ ਜੀ ਨੂੰ ਗੁਰੂ ਅੰਗਦ ਦੇਵ ਜੀ ਦੇ ਰੂਪ ਵਿੱਚ ਜਦੋਂ ਗੁਰਤਾ ਗੱਦੀ ਬਖਸ਼ਿਸ਼ ਕੀਤੀ, ਤੇ ਹੁਣ ਗੁਰੂ ਅਮਰਦਾਸ ਮਹਾਰਾਜ ਜੀ ਨੇ ਜਦੋਂ ਸੋਢੀ ਸ੍ਰਿਸ਼ਟ ਸਕਲ ਤਾਰਨ ਕਉ ਅਬ ਗੁਰ ਰਾਮਦਾਸ ਕੋ ਮਿਲੀ ਵਡਾਈ, ਉਦੋਂ ਵੀ ਬਾਬਾ ਬੁੱਢਾ ਸਾਹਿਬ ਜੀ ਦੇ ਰਾਹੀਂ ਗੁਰਬਾਣੀ ਦੀਆਂ ਪੋਥੀਆਂ ਸ਼ਬਦ ਦਾ ਤਿਲਕ ਜਿਹੜਾ ਟਿੱਕਾ ਸੀ ਉਹ ਬਖਸ਼ਿਸ਼ ਕੀਤਾ ਗਿਆ। ਤੇ ਅਸੀਂ ਬਚਨ ਪੜ੍ਹਦੇ ਹਾਂ, ਬੈਠਾ ਸੋਢੀ ਪਾਤਸ਼ਾਹ ਰਾਮਦਾਸ ਸਤਿਗੁਰੂ ਕਹਾਵੈ, ਪੂਰਨ ਤਾਲ ਕਠਾਇਆ ਅੰਮ੍ਰਿਤ ਸਰਵੇ ਜੋਤ ਜਗਾਵੈ। ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਜੀ ਨੇ ਜਦੋਂ ਪਾਵਨ ਸਰੋਵਰ ਦੀ ਜਿਹੜੀ ਸੇਵਾ ਸੀ ਉਹ ਕਰਵਾਈ, ਤੇ ਅਸੀਂ ਵੇਖਦੇ ਹਾਂ ਪ੍ਰਕਰਮਾਂ ਦੇ ਵਿੱਚ ਜਿੱਥੇ ਬੈਠ ਕੇ ਬਾਬਾ ਬੁੱਢਾ ਸਾਹਿਬ ਜੀ ਨਿਗਰਾਨੀ ਕਰਿਆ ਕਰਦੇ ਸਨ, ਉੱਥੇ ਬੇਰ ਬਾਬਾ ਬੁੱਢਾ ਸਾਹਿਬ ਜੀ ਸੁਸ਼ੋਭਿਤ ਹੈ। ਭਾਵ ਕਿ ਹਰ ਕਾਰਜ ਦੇ ਵਿੱਚ ਬਾਬਾ ਬੁੱਢਾ ਸਾਹਿਬ ਜੀ ਨੂੰ ਅੱਗੇ ਕੀਤਾ ਗਿਆ, ਮਾਣ ਬਖਸ਼ਿਸ਼ ਕੀਤਾ ਗਿਆ। ਔਰ ਜਿਸ ਵੇਲੇ
ਗੁਰੂ ਰਾਮਦਾਸ ਮਹਾਰਾਜ ਜੀ ਨੇ ਗੁਰੂ ਅਰਜਨ ਦੇਵ ਮਹਾਰਾਜ ਜੀ ਨੂੰ ਗੁਰਤਾ ਗੱਦੀ ਬਖਸ਼ਿਸ਼ ਕੀਤੀ। ਤਤ ਵਿਚਾਰ ਜਹ ਮਥੁਰਾ ਜਗ ਤਾਰਨ ਕਉ ਅਵਤਾਰ ਬਣਾਇਓ। ਜਪਿਓ ਜਿਨ ਅਰਜੁਨ ਦੇਵ ਗੁਰੂ ਫਿਰ ਸੰਕਟ ਜੋਨ ਗਰਭ ਨਾ ਆਇਓ। ਫਿਰ ਆਈ ਘਰ ਅਰਜਣੇ ਪੁੱਤ ਸੰਸਾਰੀ ਗੁਰੂ ਕਹਾਵੈ। ਤੇ ਉਸ ਵੇਲੇ ਵੀ ਬਾਬਾ ਬੁੱਢਾ ਸਾਹਿਬ ਜੀ ਨੂੰ ਗੁਰਤਾ ਗੱਦੀ ਬਖਸ਼ਿਸ਼ ਕਰਨ ਵੇਲੇ ਜਿਹੜਾ ਤਿਲਕ ਦੀ ਮਰਿਆਦਾ ਸੀ ਉਹ ਬਾਬਾ ਬੁੱਢਾ ਸਾਹਿਬ ਜੀ ਨੂੰ ਮਾਣ ਗੁਰੂ ਰਾਮਦਾਸ ਜੀ ਨੇ ਬਖਸ਼ਿਸ਼ ਕੀਤਾ ਸੀ। ਜਦੋਂ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀ ਨੀਂਹ ਰੱਖੀ, ਸਾਈਂ ਮੀਆਂ ਮੀਰ ਜੀ ਤੋਂ ਰਖਵਾਈ, ਉਸ ਵੇਲੇ ਵੀ ਜਿਹੜੀ ਅਰਦਾਸ ਸੀ ਉਹ ਬਾਬਾ ਬੁੱਢਾ ਸਾਹਿਬ ਜੀ ਤੋਂ ਕਰਵਾਈ ਗਈ। ਬਾਬਾ ਬੁੱਢਾ ਸਾਹਿਬ ਜੀ ਜਿੱਥੇ ਧਾਰਮਿਕ ਕਾਰਜਾਂ ਵਿੱਚ ਸਭ ਤੋਂ ਅੱਗੇ ਸਨ, ਉੱਥੇ ਜਦੋਂ ਦੁਨਿਆਵੀ ਤੌਰ ਤੇ ਵੀ ਕੋਈ ਐਸਾ ਸਮਾਂ ਬਣ ਜਾਂਦਾ ਕਿ ਸੰਗਤ ਕਿਤੇ ਦੁਬਿਧਾ ਵਿੱਚ ਹੁੰਦੀ, ਤੇ ਸੱਚਮੁੱਚ ਉਸ ਵੇਲੇ ਭਾਈ ਗੁਰਦਾਸ ਜੀ ਤੇ ਬਾਬਾ ਬੁੱਢਾ ਸਾਹਿਬ ਜੀ ਇੱਕ ਕੁਤਬੀ ਸਿਤਾਰੇ ਦੀ ਤਰ੍ਹਾਂ ਸਾਹਮਣੇ ਆਉਂਦੇ। ਜਿਵੇਂ ਜਦੋਂ ਬੇੜੀ ਡੁੱਬਣ ਲੱਗੇ ਤੇ ਸਿਆਣਾ ਮਲਾਹ ਕੁਤਬੀ ਸਿਤਾਰੇ ਦੀ ਸੇਧ ਨੂੰ ਬੇੜੀ ਤੋੜ ਕੇ ਪਾਰ ਲਾ ਕੇ ਪੂਰਾਂ ਦੇ ਪੂਰ ਬਚਾ ਲੈਂਦਾ। ਤੇ ਜਦੋਂ ਕਿਤੇ ਸਾਡੀ ਸਿੱਖੀ ਦੀ ਬੇੜੀ ਡਾਵਾਂ ਡੋਲ ਹੋਣ ਲੱਗੀ, ਕਿਉਂਕਿ ਬਾਜ ਗੁਰੂ ਡੁੱਬਾ ਜਗ ਸਾਰਾ, ਜਦੋਂ ਕੋਈ ਵਹਿਮਾਂ ਭਰਮਾਂ ਵਿੱਚ ਡੁੱਬਣ ਲੱਗਦਾ, ਕਰਮ ਕਾਂਡਾਂ ਵਿੱਚ ਡੁੱਬਣ ਲੱਗਦਾ, ਧਾਗੇ ਤਵੀਤਾਂ ਵਿੱਚ ਡੁੱਬਣ ਲੱਗਦਾ, ਕੋਈ ਭੂਤਾਂ ਪ੍ਰੇਤਾਂ ਦੀਆਂ ਚੌਂਕੀਆਂ ਵਿੱਚ ਗੋਤੇ ਖਾਣ ਲੱਗਦਾ, ਤੇ ਉਸ ਵੇਲੇ ਬਾਬਾ ਬੁੱਢਾ ਸਾਹਿਬ ਜੀ ਤੇ ਭਾਈ ਗੁਰਦਾਸ ਜੀ ਅੱਗੇ ਆਉਂਦੇ ਸਨ। ਭਾਈ ਗੁਰਦਾਸ ਜੀ ਬੜੇ ਵਿਦਵਾਨ ਸਨ, ਜਿੱਥੇ ਉਹ ਪ੍ਰਚਾਰ ਕਰਕੇ ਦਲੀਲਾਂ ਦੇ ਕੇ ਸਮਝਾਉਂਦੇ, ਉੱਥੇ ਗੁਰੂ ਕੀ ਸੰਗਤ ਨੂੰ ਬੜੇ ਪਿਆਰ ਸਹਿਤ ਬਾਬਾ ਬੁੱਢਾ ਸਾਹਿਬ ਜੀ ਰੋਕਦੇ। ਇੱਕ ਸਮਾਂ ਐਸਾ ਆਇਆ ਜਦੋਂ ਬਾਬੇ ਪ੍ਰਿਥੀ ਚੰਦ ਨੇ ਸੰਗਤਾਂ ਨੂੰ ਗਲਤ ਪ੍ਰਚਾਰ ਕਰਕੇ ਆਪਣੇ ਵੱਲ ਮੋੜ ਲਿਆ, ਗੁਰੂ ਘਰ ਦੇ ਲੰਗਰ ਬੰਦ ਕਰ ਦਿੱਤੇ, ਰਸਤਾਂ ਰੋਕ ਦਿੱਤੀਆਂ। ਉਸ ਵੇਲੇ ਪੁਤਲੀ ਘਰ ਦੇ ਨੇੜੇ ਬਾਬਾ ਬੁੱਢਾ ਸਾਹਿਬ ਜੀ ਨੇ ਨਾਕਾ ਲਾਇਆ ਤੇ ਭਾਈ ਗੁਰਦਾਸ ਜੀ ਨੇ ਪ੍ਰਚਾਰ ਕੀਤਾ। ਤੇ ਜਦੋਂ ਸੰਗਤ ਕਹਿਣ ਲੱਗੀ ਕੀ ਕਰੀਏ, ਵੀ ਜਿਵੇਂ ਗੁਰੂ ਅਰਜਨ ਦੇਵ ਜੀ ਗੁਰੂ ਰਾਮਦਾਸ ਜੀ ਦੇ ਪੁੱਤਰ ਨੇ, ਐਵੇਂ ਬਾਬਾ ਪ੍ਰਿਥੀ ਚੰਦ ਵੀ ਉਹਨਾਂ ਦੇ ਪੁੱਤਰ ਨੇ। ਜਿਵੇਂ ਗੁਰੂ ਅਰਜਨ ਦੇਵ ਜੀ ਸੇਵਾ ਕਰਦੇ ਨੇ, ਬਾਣੀ ਪੜ੍ਹਦੇ ਨੇ, ਐਵੇਂ ਬਾਬਾ ਪ੍ਰਿਥੀ ਚੰਦ ਵੀ ਬਾਣੀ ਪੜ੍ਹਦੇ ਨੇ। ਉਦੋਂ ਫਿਰ ਭਾਈ ਗੁਰਦਾਸ ਜੀ ਨੇ ਉਦਾਹਰਨਾਂ ਦੇ ਕੇ ਸਮਝਾਇਆ ਸੀ ਵੀ ਬਹੁਤ ਕੁਝ ਆਕਾਰ ਕਰਕੇ, ਰੂਪ ਰੰਗ ਕਰਕੇ ਵੇਖਣ ਨੂੰ ਇੱਕੋ ਜਿਹਾ ਲੱਗਦਾ, ਪਰ ਸਾਧ ਸੰਗਤ ਫਰਕ ਬੜਾ ਹੁੰਦਾ। ਵੀ ਜਿਵੇਂ ਅੱਕ ਦੀ ਜਿਹੜੀ ਖੱਖੜੀ ਆ ਉਹ ਵੇਖਣ ਨੂੰ ਬਿਲਕੁਲ ਅੰਬ ਵਰਗੀ ਲੱਗਦੀ ਆ, ਪਰ ਖਾ ਕੇ ਵੇਖਿਓ ਅੱਕ ਦੀ ਖੱਖੜੀ ਵਿੱਚੋਂ ਅੰਬ ਵਰਗਾ ਰਸ ਨਹੀਂ ਆਵੇਗਾ। ਜਿਵੇਂ ਪਿੱਤਲ ਦੇ ਗਹਿਣੇ ਹੋ ਸਕਦਾ ਹੈ ਸੋਨੇ ਨਾਲੋਂ ਵੀ ਜ਼ਿਆਦਾ ਚਮਕਦੇ ਹੋਣ, ਤੇ ਖਾਸ ਕਰਕੇ ਮਾਵਾਂ ਭੈਣਾਂ ਨੂੰ ਬੇਨਤੀ ਹੈ ਵੀ ਜੇ ਕਿਤੇ ਤੁਹਾਨੂੰ ਸੱਚਮੁੱਚ ਕੋਈ ਨਕਲੀ ਜਾਂ ਕੋਈ ਸੋਨੇ ਦੀ ਜਗ੍ਹਾ ਪਿੱਤਲ ਦਾ ਗਹਿਣਾ ਲਿਆ ਦੇਵੇ, ਤੇ ਵੇਖੋ ਤੁਹਾਨੂੰ ਕਿੰਨੀ ਪਹਿਚਾਣ ਹੈ, ਵੀ ਇੱਕਦਮ ਤੁਸੀਂ ਪਹਿਚਾਣ ਕੇ ਦੱਸ ਦਿੰਦੇ ਹੋ ਵੀ ਇਹ ਨਕਲੀ ਗਹਿਣੇ ਨੇ। ਇਸੇ ਤਰ੍ਹਾਂ ਜਿਹੜੇ ਵੇਖਣ ਨੂੰ ਬਾਹਰੋਂ ਇੰਜ ਲੱਗਣ ਵੀ ਜਿਵੇਂ ਉਹ ਗੁਰੂ ਅਰਜਨ ਦੇਵ ਜੀ ਵਰਗੇ ਲੱਗਦੇ ਨੇ, ਪਰ ਸੋਚ ਪ੍ਰਿਥੀ ਚੰਦ ਵਰਗੀ ਹੋਵੇ। ਭਾਈ ਗੁਰਦਾਸ ਜੀ ਨੇ ਸਮਝਾਇਆ ਸੀ ਜਿਵੇਂ ਪਿੱਤਲ ਦੇ ਗਹਿਣੇ ਚਮਕਦੇ ਬੜੇ ਨੇ, ਪਰ ਉਹ ਸੋਨੇ ਵਰਗੇ ਕੀਮਤੀ ਨਹੀਂ। ਜਿਵੇਂ ਦੁੱਧ ਤੇ ਲੱਸੀ ਦੋਵੇਂ ਚਿੱਟੇ ਨੇ, ਪਰ ਦੁੱਧ ਵਿੱਚ ਤੱਤ ਰੂਪੀ ਮੱਖਣ ਹੈ, ਘਿਓ ਹੈ, ਤੇ ਲੱਸੀ ਜਿਹੜੀ ਆ ਉਹ ਬਿਲਕੁਲ ਫੋਕਟ ਹੈ। ਇਸੇ ਤਰ੍ਹਾਂ ਧਰੇਕ ਦੇ ਧਰਕੋਨੇ ਵੇਖਣ ਨੂੰ ਅੰਗੂਰਾਂ ਦਾਖਾਂ ਲੱਗਦੀਆਂ ਨੇ, ਪਰ ਦਾਖਾਂ ਵਰਗਾ ਸਵਾਦ ਉਹਨਾਂ ਵਿੱਚੋਂ ਨਹੀਂ ਆਉਂਦਾ। ਭਾਈ ਸਾਹਿਬ ਨੇ ਜਿੱਥੇ ਇਹ ਬਚਨ ਕਹੇ ਸਨ ਕਿ ਗੁੱਸਾ ਹੋਏ ਧਰਕੋਨਿਆਂ ਕਿਉਂ ਵੁੜੀਆ ਦਾਖੈ, ਅੱਕੈ ਕੇਰੀ ਖੱਖੜੀ ਕੋਈ ਅੰਬ ਨਾ ਆਖੈ, ਗਹਿਣੇ ਜੋ ਜਰਪੋਸ਼ ਦੇ ਨਾ ਸੋਇਨ ਸਾਖੈ, ਧੌਲੇ ਦਿਸਣ ਸ਼ਾਹ ਦੁੱਧ ਗੁਣ ਸਾਧੋਂ ਗਾਖੈ। ਕਹਿਣ ਲੱਗੇ ਬਿਲਕੁਲ ਇਸੇ ਤਰ੍ਹਾਂ ਤਿਉ ਸਾਧ ਅਸਾਧ ਪਰਖੀਆ ਕਰਤੂਤ ਸੁਭੱਖ ਹੈ। ਕਹਿਣ ਲੱਗੇ ਜੀ ਆਮ ਸਾਧੂ ਦੀ ਗੱਲ ਨਹੀਂ, ਇਹ ਤਾਂ ਬਾਬਾ ਪ੍ਰਿਥੀ ਚੰਦ ਗੁਰੂ ਰਾਮਦਾਸ ਜੀ ਦੇ ਪੁੱਤਰ ਨੇ। ਉਦੋਂ ਭਾਈ ਗੁਰਦਾਸ ਜੀ ਨੇ ਉਦਾਹਰਨਾਂ ਦਿੱਤੀਆਂ। ਕਹਿਣ ਲੱਗੇ ਸਾਧ ਸੰਗਤ, ਜਿਵੇਂ ਮੀਂਹ ਪੈ ਕੇ ਹਟਿਆ ਹੋਵੇ, ਅਸਮਾਨ ਵਿੱਚ ਇੱਕ ਮਨੋਕਲਪਤ ਨਗਰੀ ਬਣਦੀ, ਜਿਹਨੂੰ ਲੋਕੀ ਗੰਧਰਵ ਨਗਰੀ, ਹਰ ਚੰਦੌਰੀ ਦੀ ਨਗਰੀ ਕਹਿੰਦੇ ਨੇ। ਵੇਖਣ ਨੂੰ ਉਹ ਪਿੰਡ ਹੀ ਲੱਗਦਾ, ਪਰ ਅੱਜ ਤੱਕ ਕਦੇ ਕਿਸੇ ਨੇ ਉੱਪਰ ਜਾ ਕੇ ਰਾਤ ਕੱਟੀ ਹੈ, ਜਾਂ ਕਿਸੇ ਨੇ ਪੰਚਾਇਤ ਦੀ ਚੋਣ ਲੜੀ ਹੋਵੇ, ਜਾਂ ਉੱਪਰ ਜਾ ਕੇ ਕੋਈ ਮੇਅਰ ਬਣਿਆ ਹੋਵੇ। ਕਈ ਜਾਣਦੇ ਆ ਵੀ ਉਹ ਵੇਖੋ ਉੱਪਰ ਇੱਕ ਨਗਰੀ ਦਿਖਾਈ ਦਿੰਦੀ ਹੈ। ਕਹਿਣ ਲੱਗੇ ਜਿਵੇਂ ਬਾਜੀਗਰ ਡੰਕ ਵਜਾਉਂਦਾ ਹੈ,
ਤੇ ਖਲਕਤ ਜੁੜ ਜਾਂਦੀ ਹੈ। ਉਹ ਦਾਵਾ ਕਰਦਾ ਵੀ ਮੈਂ ਅਰਸ਼ਾਂ ਦੀ ਵਸਤੂ ਫਰਸ਼ ਤੇ ਲਿਆ ਦਿਆਂਗਾ, ਪਰ ਕੁਝ ਕੁ ਸਮੇਂ ਬਾਅਦ ਜਦੋਂ ਖੇਡ ਖਤਮ ਹੁੰਦੀ ਆ ਤੇ ਉਹੀ ਫਿਰ ਆਪਣੇ ਹੱਥ ਵਿੱਚ ਡੱਬਾ ਪਕੜ ਕੇ ਲੋਕਾਂ ਕੋਲੋਂ 1 ਰੁਪਈਆ 2 ਰੁਪਈਆ 3 ਰੁਪਈਏ ਇਸ ਤਰ੍ਹਾਂ ਮੰਗਣ ਲੱਗ ਪੈਂਦਾ। ਤੇ ਜੇ ਆਪਾਂ ਉਹਨੂੰ ਪੁੱਛੀਏ ਵੀ ਹੁਣੇ ਤੂੰ ਕਹਿ ਰਿਹਾ ਸੀ ਮੈਂ ਅਰਸ਼ਾਂ ਦੀ ਵਸਤੂ ਫਰਸ਼ ਤੇ ਲੈ ਆਵਾਂਗਾ ਤੇ ਹੁਣ ਮੰਗਦਾ ਕਿਉਂ? ਕਵੇਗਾ ਉਹ ਕੇਵਲ ਹੱਥ ਦੀ ਸਫਾਈ ਸੀ, ਤੁਹਾਨੂੰ ਕੇਵਲ ਭੁਲੇਖਾ ਪਾਇਆ ਸੀ ਵੀ ਪੱਲੇ ਮੇਰੇ ਕੁਝ ਨਹੀਂ, ਕੇਵਲ ਜਾਦੂਗਰੀ ਸੀ, ਕੇਵਲ ਬਾਜੀਗਰੀ ਸੀ, ਕੇਵਲ ਇੱਕ ਕਲਾ ਸੀ। ਅਗਲੀ ਗੱਲ ਭਾਈ ਸਾਹਿਬ ਜੀ ਨੇ ਕਈ ਕਹਿਣ ਲੱਗੇ, ਜਦੋਂ ਮਿਰਗ ਨੂੰ ਹਿਰਨ ਨੂੰ ਪਿਆਸ ਲੱਗੀ ਹੋਵੇ ਤੇ ਉਹ ਰੇਗਿਸਤਾਨ ਮਾਰੂਥਲ ਵਿੱਚ ਚਮਕਦੀ ਰੇਤ ਨੂੰ ਵੇਖ ਕੇ ਬੜਾ ਭੱਜਦਾ। ਚਮਕਦੀ ਰੇਤ ਕਦੇ ਪਾਣੀ ਨਹੀਂ ਬਣਦੀ। ਮ੍ਰਿਗ ਤ੍ਰਿਸ਼ਨਾ ਦੇ ਅਧੀਨ ਜਿਹੜਾ ਹਿਰਨ ਹੈ ਉਹ ਦੌੜ ਦੌੜ ਕੇ ਆਪਣੇ ਪ੍ਰਾਣ ਤਾਂ ਤਿਆਗ ਦਿੰਦਾ, ਉਹਦੇ ਪ੍ਰਾਣ ਤਾਂ ਨਿਕਲ ਜਾਂਦੇ ਨੇ, ਪਰ ਕਦੇ ਚਮਕਦੀ ਰੇਤ ਜਿਹੜੀ ਪਾਣੀ ਬਣ ਕੇ ਉਹਦੀ ਪਿਆਸ ਨਹੀਂ ਬੁਝਾਉਂਦੀ। ਉਦੋਂ ਭਾਈ ਗੁਰਦਾਸ ਜੀ ਨੇ ਸਮਝਾਇਆ ਸੀ, ਸਿੱਖੋ ਜੇ ਸੱਚੇ ਗੁਰੂ ਦਾ ਦਰ ਛੱਡ ਕੇ ਭੁਲੇਖਾ ਖਾ ਕੇ ਕਿਤੇ ਹੋਰ ਚਲੇ ਗਏ ਤੇ ਉਹ ਹਾਲਤ ਇਸੇ ਤਰ੍ਹਾਂ ਹਰ ਚੰਦੌਰੀ ਦੇਖ ਕੇ ਕਰਦੇ ਪ੍ਰਵਾਸਾ, ਥਲ ਵਿੱਚ ਤਪਨ ਭੱਠੀਆਂ ਕਿਉਂ ਲਹਿ ਪਿਆਸਾ, ਬਾਜੀਗਰ ਦੀ ਖੇਡ ਜਿਉਂ ਸਭ ਕੂੜ ਤਮਾਸ਼ਾ। ਤੇ ਇੱਕ ਗੱਲ ਚੇਤਾ ਰੱਖਿਓ, ਰਲੈ ਜੋ ਸੰਗਤ ਮੀਣਿਆ ਉੱਠ ਚੱਲੇ ਨਰਾਸਾ। ਇਹ ਮੀਣੇ ਪ੍ਰਿਥੀ ਚੰਦ ਇਹ ਮੀਣਾ ਹੈ, ਤੇ ਜਿਹੜਾ ਗੁਰੂ ਅਰਜਨ ਦੇਵ ਜੀ ਦੀ ਸੰਗਤ ਛੱਡ ਕੇ ਇਹਦੇ ਦਰ ਤੇ ਆਵੇਗਾ ਉਹਦੀ ਕਦੇ ਆਸ ਪੂਰੀ ਨਹੀਂ ਹੋਵੇਗੀ, ਉਹ ਬਿਲਕੁਲ ਸੰਸਾਰ ਤੋਂ ਨਿਰਾਸ਼ਾ ਤੁਰੇਗਾ। ਇਸ ਕਰਕੇ ਭਾਈ ਗੁਰਦਾਸ ਜੀ ਨੇ ਪ੍ਰਚਾਰ ਕੀਤਾ ਤੇ ਬਾਬਾ ਬੁੱਢਾ ਸਾਹਿਬ ਜੀ ਨੇ ਸੰਗਤ ਨੂੰ ਰੋਕੀ ਰੱਖਿਆ। ਏਡਾ ਵੱਡਾ ਯੋਗਦਾਨ ਗੁਰਮਤ ਖੇਤਰ ਦੇ ਵਿੱਚ, ਸਿੱਖੀ ਦੇ ਦਾਇਰੇ ਵਿੱਚ ਬਾਬਾ ਬੁੱਢਾ ਸਾਹਿਬ ਜੀ ਨੇ ਪਾਇਆ ਵੀ ਸੰਗਤ ਜਿਹੜੀ ਆ ਉਹ ਸੱਚੇ ਗੁਰੂ ਦੇ ਦਰ ਤੇ ਜੁੜੀ ਰਵੇ, ਕਦੇ ਟੁੱਟ ਕੇ ਸੱਜੇ ਖੱਬੇ ਨਾ ਜਾਵੇ। ਏਡੀ ਵੱਡੀ ਮਹਾਨ ਸ਼ਖਸੀਅਤ ਹੋਣ ਦਾ ਉਹਨਾਂ ਨੂੰ ਮਾਣ ਪ੍ਰਾਪਤ ਹੋਇਆ ਸੀ। ਤੇ ਜਦੋਂ ਉਹ ਘਟਨਾ ਘਟਦੀ ਹੈ ਕਿ ਚੰਦੂ ਇੱਕ ਪਾਸੇ ਤੇ ਚਾਹੁੰਦਾ ਵੀ ਮੇਰੀ ਕੰਨਿਆ ਦਾ ਰਿਸ਼ਤਾ ਬਾਲਕ ਹਰਗੋਬਿੰਦ ਨਾਲ ਪੱਕਾ ਹੋ ਜੇ, ਨਾਲੇ ਸ਼ਗਨ ਤੋਰਦਾ ਤੇ ਨਾਲੇ ਗੁਰੂ ਘਰ ਨੂੰ ਨਿੰਦੀ ਜਾਂਦਾ। ਵੇਖੋ ਜੀ ਕੀ ਮੇਲ ਹੈ, ਇਹ ਤਾਂ ਚੁਬਾਰੇ ਦੀ ਇੱਟ ਮੋਰੀ ਨੂੰ ਲਾ ਦਿੱਤੀ, ਕਿੱਥੇ ਮੈਂ ਜਹਾਂਗੀਰ ਦਾ ਦੀਵਾਨ ਤੇ ਕਿੱਥੇ ਗੁਰੂ ਘਰ। ਦਿੱਲੀ ਦੀ ਸੰਗਤ ਨੂੰ ਜਦੋਂ ਇਸ ਗੱਲ ਦਾ ਪਤਾ ਲੱਗਾ ਵੀ ਗੁਰੂ ਨਾਨਕ ਸਾਹਿਬ ਦੇ ਘਰ ਨੂੰ ਨਿੰਦਿਆ, ਸਿੱਖਾਂ ਦੀ ਰੱਜ ਕੇ ਇਹਨੇ ਬੇਇੱਜ਼ਤੀ ਕੀਤੀ ਹੈ। ਇਸ ਤੋਂ ਪਹਿਲਾਂ ਕਿ ਚੰਦੂ ਦੀ ਲੜਕੀ ਦਾ ਜਿਹੜਾ ਸ਼ਗਨ ਸੀ ਉਹ ਗੁਰੂ ਘਰ ਪਹੁੰਚੇ, ਸੰਗਤ ਨੇ ਰਲ ਕੇ ਇੱਕ ਪੱਤਰ ਲਿਖਿਆ, ਇੱਕ ਚਿੱਠੀ ਲਿਖੀ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ। ਜਿਵੇਂ ਭਾਈ ਸਾਹਿਬ ਜੀ ਜ਼ਿਕਰ ਕਰ ਰਹੇ ਸਨ ਕਿ ਉਸ ਵੇਲੇ ਦੇ ਖੱਤਰੀਆਂ ਦੀ ਇਹ ਹਾਲ ਸੀ, ਖੱਤਰੀਆਂ ਤਾਂ ਧਰਮ ਛੋੜਿਆ ਮਲੇਸ਼ ਭਾਖਿਆ ਗਈ। ਜਿੱਥੇ ਬਾਬਰ ਕੇ ਬਾਹਰੋਂ ਹਮਲਾਵਰ ਬਣ ਕੇ ਆਏ, ਜਿੱਥੇ ਉਸ ਤੋਂ ਪਹਿਲਾਂ ਕਦੇ ਮੁਹੰਮਦ ਤੁਗਲਕ, ਕਦੇ ਇਬਰਾਹੀਮ ਲੋਧੀ, ਕਦੇ ਸਿਕੰਦਰ ਲੋਧੀ, ਕਦੇ ਇਸ ਧਰਤੀ ਤੇ ਬਾਅਦ ਵਿੱਚ ਫਰਖਸ਼ੀਰ ਵਰਗੇ, ਜ਼ਕਰੀਆ ਖਾਂ ਵਰਗੇ, ਨਾਦਰ ਸ਼ਾਹ ਵਰਗੇ, ਅਹਿਮਦ ਸ਼ਾਹ ਅਬਦਾਲੀ ਵਰਗੇ ਆਏ। ਉੱਥੇ ਭਾਰਤ ਦੇ ਰਹਿਣ ਵਾਲੇ ਖੱਤਰੀ ਜਿਹੜੇ ਸਨ ਉਹ ਵੀ ਕਦੇ ਚੰਦੂ ਦੇ ਰੂਪ ਵਿੱਚ, ਕਦੇ ਸੁੱਚਾਨੰਦ ਦੇ ਰੂਪ ਵਿੱਚ, ਕਦੇ ਭਗਵਾਨ ਦਾਸ ਘੇਰੜ ਦੇ ਰੂਪ ਵਿੱਚ, ਕਦੇ ਜਸਪਤ ਰਾਏ ਦੇ ਰੂਪ ਵਿੱਚ, ਕਦੇ ਲਖਪਤ ਰਾਏ ਦੇ ਰੂਪ ਵਿੱਚ, ਉਹਨਾਂ ਨੇ ਵੀ ਆਪਣੇ ਭਾਰਤ ਦੇ ਲੋਕਾਂ ਦੇ ਉੱਪਰ ਬੜਾ ਜ਼ੁਲਮ ਕੀਤਾ ਕਿ ਅਸੀਂ ਸਮੇਂ ਦੇ ਹਾਕਮਾਂ ਨਾਲ ਮਿਲ ਕੇ ਚੱਲੀਏ ਤੇ ਸਾਡੀਆਂ ਜਿਹੜੀਆਂ ਚੌਧਰਾਂ ਨੇ ਉਹ ਕਾਇਮ ਰਹਿਣ। ਪਰ ਇੱਥੋਂ ਦੇ ਲੋਕ ਆਪਣੇ ਹੀ ਖੱਤਰੀ ਭਰਾਵਾਂ ਤੋਂ ਜ਼ੁਲਮ ਦੀ ਚੱਕੀ ਵਿੱਚ ਪੀਸ ਕੇ ਸਮਝੌਤਾਵਾਦੀ ਹੋਏ ਬੈਠੇ ਸਨ, ਪਰ ਗੁਰੂ ਘਰ ਸਹਿਮਤ ਨਹੀਂ ਹੋਇਆ। ਚੰਦੂ ਨਾਲ ਵੀ ਨਹੀਂ, ਭਗਵਾਨ ਦਾਸ ਘੇਰੜ ਨਾਲ ਵੀ ਨਹੀਂ, ਸੁੱਚਾਨੰਦ ਨਾਲ ਵੀ ਨਹੀਂ, ਤੇ ਬਾਅਦ ਵਿੱਚ ਜਸਪਤ ਰਾਏ, ਲਖਪਤ ਰਾਏ ਦੇ ਨਾਲ ਵੀ ਨਹੀਂ। ਜਿਹੜਾ ਕੰਨਵਣ ਦਾ ਸ਼ੰਭ ਘੱਲੂਘਾਰਾ ਵਾਪਰਿਆ ਉਹ ਇਸੇ ਕਰਕੇ ਸੀ ਕਿ ਜਦੋਂ ਜਸਪਤ ਰਾਏ ਦੀ ਮੌਤ ਤੋਂ ਬਾਅਦ ਲਖਪਤ ਰਾਏ ਨੇ ਇਹ ਪ੍ਰਣ ਕੀਤਾ ਕਿ ਮੈਂ ਸਿੰਘਾਂ ਦਾ ਖੋਜ ਖੁਰਾ ਮਿਟਾ ਕੇ ਫਿਰ ਆਪਣੇ ਸਿਰ ਦੀ ਪਗੜੀ ਜਿਹੜੀ ਆ ਉਹ ਸਿਰ ਦੇ ਉੱਪਰ ਰੱਖਾਂਗਾ। ਮੇਰੇ ਕਹਿਣ ਦਾ ਭਾਵ ਕਿ ਜਦੋਂ ਗੁਰੂ ਘਰ ਦੇ ਵਿੱਚ ਚਿੱਠੀ ਪਹੁੰਚੀ ਤੇ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਭਰੀ ਸੰਗਤ ਦੇ ਇਕੱਠ ਵਿੱਚ ਉਹ ਚਿੱਠੀ ਪੜ੍ਹ ਕੇ ਸੁਣਾਈ
ਤੇ 94 ਸਿੱਖਾਂ ਨੂੰ ਪੁੱਛਿਆ ਵੀ ਦੱਸੋ ਤੁਹਾਡੀ ਕੀ ਰਾਏ ਹੈ। ਵੀ ਇੱਕ ਪਾਸੇ ਗੁਰੂ ਹਰਗੋਬਿੰਦ ਸਾਹਿਬ ਜੀ ਤੇ ਚੰਦੂ ਦੀ ਜਿਹੜੀ ਲੜਕੀ ਆ ਉਹਦਾ ਰਿਸ਼ਤਾ ਜੁੜਨਾ ਵਿਆਹ ਵਰਗਾ ਖੁਸ਼ੀ ਦਾ ਕਾਰਜ ਹੈ, ਤੇ ਦੂਸਰੇ ਪਾਸੇ ਗੁਰੂ ਨਾਨਕ ਸਾਹਿਬ ਦੇ ਘਰ ਦੀ ਗੱਲ ਹੈ। ਤੇ ਉਦੋਂ ਬਾਬਾ ਬੁੱਢਾ ਜੀ ਭਾਈ ਗੁਰਦਾਸ ਜੀ ਅੱਗੇ ਆਏ, ਕਹਿਣ ਲੱਗੇ ਸਤਿਗੁਰੂ ਜੀ ਇਹ ਰਿਸ਼ਤਾ ਮਨਜ਼ੂਰ ਨਹੀਂ ਹੈ। ਜਿਨੇ ਗੁਰੂ ਘਰ ਨੂੰ ਨਿੰਦਿਆ ਹੋਵੇ, ਆਪਣੇ ਆਪ ਨੂੰ ਜਿਸ ਪਾਪੀ ਨੇ ਚਬਾਰਾ ਕਿਹਾ ਹੋਵੇ ਤੇ ਗੁਰੂ ਘਰ ਨੂੰ ਮੋਰੀ ਕਹਿ ਕੇ ਭੰਡਿਆ ਹੋਵੇ, ਉਹਦੇ ਨਾਲ ਕਿਸੇ ਤਰ੍ਹਾਂ ਦਾ ਵੀ ਰਿਸ਼ਤਾ ਜਿਹੜਾ ਉਹ ਨਹੀਂ ਜੋੜਨਾ ਚਾਹੀਦਾ। ਇਤਿਹਾਸ ਵਿੱਚ ਜ਼ਿਕਰ ਆਉਂਦਾ ਬਾਬਾ ਬੁੱਢਾ ਅਰ ਗੁਰਦਾਸ ਇਤ ਆਦਿਕ ਜੋ ਸਿੱਖ ਤੇ ਖਾਸ, ਚਿੱਠੀ ਸਭ ਕੋ ਗੁਰੂ ਸੁਣਾਈ ਸਭ ਨੇ ਕਹਿਓ ਨਾ ਲਿਓ ਸਗਾਈ, ਆਪ ਚੁਬਾਰਾ ਬਣਿਓ ਪਾਪੀ ਗੁਰ ਕਾ ਘਰ ਇਨ ਮੋਰੀ ਥਾਪੀ, ਨਿੰਦੀ ਜਾਬਿਦ ਗੁਰ ਕੀ ਗਾਦੀ ਚਾਹੀਏ ਨਾ ਕਰਬੇ ਇਨਕੇ ਸ਼ਾਦੀ। ਬਾਬਾ ਬੁੱਢਾ ਸਾਹਿਬ ਜੀ ਭਾਈ ਗੁਰਦਾਸ ਜੀ ਦੀ ਸ਼ਖਸੀਅਤ ਏਡੀ ਵੱਡੀ ਸੀ ਕਿ ਜਦੋਂ ਭਰੀ ਸੰਗਤ ਦੇ ਇਕੱਠ ਵਿੱਚ ਉਹਨਾਂ ਨੇ ਗੁਰੂ ਅਰਜਨ ਦੇਵ ਜੀ ਨੂੰ ਬੇਨਤੀ ਕੀਤੀ ਤੇ ਧੰਨ ਗੁਰੂ ਅਰਜਨ ਦੇਵ ਮਹਾਰਾਜ ਕਹਿਣ ਲੱਗੇ ਸਾਨੂੰ ਇਹ ਰਿਸ਼ਤਾ ਮਨਜ਼ੂਰ ਨਹੀਂ ਹੈ। ਪਤਾ ਸੀ ਕਿ ਜਿਹੜਾ ਸਮੇਂ ਦਾ ਹਾਕਮ ਜਹਾਂਗੀਰ ਹੈ ਉਹਦਾ ਦੀਵਾਨ ਹੈ ਚੰਦੂ, ਤੇ ਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਸ਼ਹਾਦਤ ਦੇ ਜਿਹੜੇ ਵੱਖਰੇ ਵੱਖਰੇ ਕਾਰਨ ਨੇ ਨਾ, ਗੁਰੂ ਗ੍ਰੰਥ ਸਾਹਿਬ ਜੀ ਦੀ ਨਿਰੋਲਤਾ, ਸਤਿਗੁਰੂ ਗੁਰੂ ਨਾਨਕ ਸਾਹਿਬ ਦੇ ਘਰ ਦਾ ਸੱਚ ਦਾ ਉਪਦੇਸ਼, ਉਹਦੀ ਪਹਿਰੇਦਾਰੀ, ਕਿ ਸੱਚ ਦੀ ਅਜ਼ਮਤ ਨੂੰ ਬੁਲੰਦ ਰੱਖਣ ਵਾਸਤੇ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਹੋਈ ਹੈ। ਜਿੱਥੇ ਪ੍ਰਿਥੀ ਚੰਦ ਦੀ ਵਿਰੋਧਤਾ, ਗੁਰਗੱਦੀ ਦਾ ਦਾਵਾ, ਉੱਥੇ ਸੱਚਮੁੱਚ ਚੰਦੂ ਦੀਵਾਨ ਇਹ ਵੀ ਇੱਕ ਕਾਰਨ ਬਣਿਆ। ਪਰ ਗੁਰੂ ਅਰਜਨ ਦੇਵ ਜੀ ਨੇ ਇਹ ਪ੍ਰਵਾਨ ਤਾਂ ਕਰ ਲਿਆ ਕਿ ਤਤੀ ਤਵੀ ਤੇ ਬੈਠ ਕੇ ਅਸੀਂ ਸ਼ਹੀਦ ਹੋ ਜਾਵਾਂਗੇ, ਪਰ ਜਿਹੜਾ ਗੁਰੂ ਘਰ ਦਾ ਵਿਰੋਧੀ ਹੈ ਉਹਦੇ ਨਾਲ ਕਿਸੇ ਤਰ੍ਹਾਂ ਦਾ ਕੋਈ ਰਿਸ਼ਤਾ ਨਹੀਂ ਜੋੜਿਆ। ਤੇ ਉਦੋਂ ਬਾਬਾ ਬੁੱਢਾ ਜੀ ਭਾਈ ਗੁਰਦਾਸ ਜੀ ਨੇ ਅੱਗੇ ਆ ਕੇ ਗੁਰੂ ਅਰਜਨ ਦੇਵ ਮਹਾਰਾਜ ਜੀ ਨੂੰ ਬੇਨਤੀ ਕੀਤੀ ਸੀ। ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਜਦੋਂ ਵੇਖਿਆ ਕਿ ਜਿਹੜੇ ਲੋਕ ਕਦੇ ਗੁਰੂ ਨਾਨਕ ਜੀ ਨੂੰ ਕਰਾਈਆ ਤੇ ਬਤਾਲਾ ਕਹਿੰਦੇ ਸਨ, ਜਿਨ੍ਹਾਂ ਨੇ ਕਦੇ ਖਡੂਰ ਸਾਹਿਬ ਦੀ ਧਰਤੀ ਤੇ ਗੁਰੂ ਅੰਗਦ ਦੇਵ ਜੀ ਦੀ ਵਿਰੋਧਤਾ ਕਰਕੇ ਕਿਹਾ ਕਿ ਅਸੀਂ ਤਪੇ ਦੇ ਕਹਿਣ ਤੇ ਤੁਹਾਨੂੰ ਕਹਿੰਦੇ ਆ ਤੁਸੀਂ ਖਡੂਰ ਸਾਹਿਬ ਛੱਡ ਜਾਓ, ਜਿਨ੍ਹਾਂ ਨੇ ਕਦੇ ਭਰੀ ਸਭਾ ਵਿੱਚ ਗੁਰੂ ਅਮਰਦਾਸ ਜੀ ਦੇ ਲੱਤ ਮਾਰੀ, ਜਿਨ੍ਹਾਂ ਨੇ ਕਦੇ ਅਕਬਰ ਕੋਲ ਜਾ ਕੇ ਸ਼ਿਕਾਇਤਾਂ ਕੀਤੀਆਂ ਕਿ ਗੁਰਬਾਣੀ ਵਿੱਚ ਇਸਲਾਮ ਦੇ ਵਿਰੁੱਧ ਬਹੁਤ ਕੁਝ ਲਿਖਿਆ ਹੋਇਆ, ਉਹਨਾਂ ਲੋਕਾਂ ਦਾ ਇਹ ਹਿਆ ਪਿਆ ਕਿ ਉਹਨਾਂ ਨੇ ਗੁਰਬਾਣੀ ਵਿੱਚ ਰਲਾ ਪਾਉਣ ਦਾ ਯਤਨ ਕੀਤਾ। ਮਿਹਰਵਾਨ ਪੁੱਤ ਪਿਰਥੀਏ ਦਾ ਕਵੀਸ਼ਰੀ ਕਰੇ, ਹਿੰਦਵੀ ਪਾਰਸੀ ਸਹਿਸਕ੍ਰਿਤੀ ਨਾਲੇ ਗੁਰਮੁਖੀ ਪੜ੍ਹੇ, ਤਿੰਨ ਪੀ ਬਾਣੀ ਬਹੁਤ ਬਣਾਈ ਅੰਤ ਭੋਗ ਨਾਨਕ ਜੀ ਤੇ ਪਾਈ, ਬਚਨ ਕੀਤਾ ਭਾਈ ਗੁਰਦਾਸ ਗੁਰੂ ਕੀ ਬਾਣੀ ਜੁਦਾ ਕਰੀਏ, ਮੀਣੇ ਪਾਣ ਲੱਗੇ ਨੀ ਰਲਾ ਵਿੱਚ ਰਲਾ ਨਾ ਧਰੀਏ, ਅੱਗੇ ਅੱਗੇ ਸਾਹਿਬ ਕਰਤ ਉਚਾਰ ਸੇ ਭਏ ਸੋ ਭਾਈ ਗੁਰਦਾਸ ਸਭ ਇਕੱਤਰ ਕਰ ਲਏ। ਭਾਈ ਗੁਰਦਾਸ ਜੀ ਨੂੰ ਗੁਰਬਾਣੀ ਲਿਖਣ ਦੀ ਸੇਵਾ ਬਖਸ਼ਿਸ਼ ਹੋਈ। ਧਨ ਸੋ ਕਾਗਦ ਕਲਮ ਧਨ, ਧਨ ਭਾਂਡਾ ਧਨ ਮਸ, ਧਨ ਲੇਖਾਰੀ ਨਾਨਕਾ ਜਿਨ ਨਾਮ ਲਿਖਾਇਆ ਸੱਚ। ਜਿੱਥੇ ਭਾਈ ਗੁਰਦਾਸ ਜੀ ਨੂੰ ਗੁਰੂ ਗ੍ਰੰਥ ਸਾਹਿਬ ਜੀ ਦੀ ਜਦੋਂ ਸੰਪਾਦਨਾ ਕਰਵਾਈ ਉਸ ਵੇਲੇ ਲਿਖਾਰੀ ਹੋਣ ਦਾ ਮਾਣ ਪ੍ਰਾਪਤ ਹੋਇਆ, ਉੱਥੇ ਜਦੋਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਪਹਿਲਾ ਪ੍ਰਕਾਸ਼ ਕਰਨਾ ਸੀ ਨਾ, ਤੇ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਬੜੀ ਦੀਰਘ ਵਿਚਾਰ ਕੀਤੀ, ਤੇ ਅੱਜ ਵੀ ਸਾਨੂੰ ਕਰਨੀ ਚਾਹੀਦੀ, ਕਿਉਂਕਿ ਲੱਖਾਂ ਕਰੋੜਾਂ ਰੁਪਈਏ ਲਾ ਕੇ ਗੁਰੂ ਘਰ ਦੀਆਂ ਇਮਾਰਤਾਂ ਬਣ ਜਾਂਦੀਆਂ ਨੇ, ਪਰ ਗੁਰੂ ਘਰ ਜਿੱਥੇ ਧਰਮ ਪ੍ਰਚਾਰ ਹੋਣਾ, ਉਦੋਂ ਜਦੋਂ ਗ੍ਰੰਥੀ ਸਿੰਘ ਦੀ ਆਪਾਂ ਨਿਯੁਕਤੀ ਕਰਨੀ ਹੁੰਦੀ ਤੇ ਆਪਾਂ ਇੱਕੋ ਇੱਕ ਸਵੱਟੀ ਰੱਖੀ ਵੀ ਸਸਤੇ ਤੋਂ ਸਸਤਾ ਮਿਲ ਜੇ। ਆ ਦੁਨਿਆਵੀ ਤੌਰ ਤੇ ਬੰਦਾ 10-20 ਲੱਖ 50 ਲੱਖ ਖਰਚ ਕਰਕੇ ਕੋਈ ਵਧੀਆ ਬੱਸ ਲਵੇ, ਤੇ ਜਦੋਂ ਡਰਾਈਵਰ ਰੱਖਣ ਦੀ ਲੋੜ ਪਵੇ ਤੇ ਉਦੋਂ ਆਕੇ ਵੀ ਹੁਣ ਸਸਤੇ ਤੋਂ ਸਸਤਾ ਮਿਲ ਜੇ, ਫਿਰ ਬੱਸ ਤੇ ਸਵਾਰੀਆਂ ਦਾ ਰੱਬ ਹੀ ਰਾਖਾ ਨਾ। ਅੱਜ ਜੇ ਸਿੱਖੀ ਗਿਰਾਵਟ ਵਾਲੇ ਪਾਸੇ ਗਈ ਹੈ, ਜਿੱਥੇ ਹੋਰ ਕਈ ਕਾਰਨ ਨੇ, ਉੱਥੇ ਇਹ ਵੀ ਕਾਰਨ ਹੈ ਕਿ ਸਾਡੇ ਗੁਰੂ ਘਰਾਂ ਦੇ ਗ੍ਰੰਥੀ ਸਾਹਿਬਾਨ ਜਿਹੋ ਜਿਹਾ ਉਹਨਾਂ ਦਾ ਸਟੇਟਸ ਚਾਹੀਦਾ ਸੀ, ਜਿਹੋ ਜੀ ਉਹਨਾਂ ਕੋਲ ਵਿਦਿਆ ਚਾਹੀਦੀ ਸੀ, ਅੱਜ ਉਹਨਾਂ ਦੇ ਕੋਲ ਨਹੀਂ ਹੈ। ਉਹਨਾਂ ਨੂੰ ਇਸ ਢੰਗ ਦੇ ਨਾਲ ਅਸੀਂ ਸੰਭਾਲਿਆ ਹੀ ਨਹੀਂ ਕਿ ਉਹ ਚੰਗੇ ਢੰਗ ਦੇ ਨਾਲ ਗੁਰੂ ਸਿਧਾਂਤ ਦ੍ਰਿੜ ਕਰਵਾ ਸਕਣ। ਤੇ ਜਦੋਂ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਪਹਿਲਾ ਪ੍ਰਕਾਸ਼ ਕਰਨਾ ਸੀ,
बड़ी लम्मी विचार की कि कल नूं गुरु ग्रंथ साहब जी की ताबिया किनू बिठाउणा। सतगुरां दा ध्यान बेदी कुल वल गया, तेहण कुल वल गया, भल्ले कुल वल गया, सोढ़ी कुल वल गया। साहब कहण लगे ये अपनी निज निज कुल का हंकार करते ने ते गुरु ग्रंथ साहब जी की सेवा कदे हंकारी नहीं जे कर सकता। गुरु ग्रंथ साहब जी की सेवा कदे वो नहीं कर सकता जिहड़ा कहे भी मैं सिख हाँ ते तुसीं मैनूं भाई ना कहो, क्योंकि भाई का अर्थ आपां केवल ये समझ लिया भी जिन्हां ने प्रचार की सेवा करनी, कीर्तन की सेवा करनी जां ग्रंथी सिंह की सेवा करनी, ये उन्हां लई है। पर गुरु अमरदास महाराज तां ये फरमाउंदे ने, सो सिख सखा बंधप है भाई, जे गुर के भाणे विच आवे। जिहड़ा गुरु का सिख है ना, उही गुरु का भाई भरा है, उही गुरु का बंधप रिश्तेदार है, उही गुरु का सखा फ्रेंड भाव मित्र है। ते भाई का अर्थ केवल आपां ये कहिए भी जिन्हां ने धर्म प्रचार करना नहीं, भाई का अर्थ सी भरा। इसे करके मेरे गरीब नवाज जी ने कहा, भाई मरदाना, भाई लालो, अपने भरा अपने भाई क्या। ते अज सिख भावें प्रधान मंत्री होवे ते भावें जज होवे, भावें थाणेदार होवे, भावें SSP होवे, भावें कोई विद्वान होवे, सरपंच होवे, पर सब तो पहला वो भाई है। भाई का मतलब है भी जिहड़ा गुरु की विचारधारा ते चलदा है, ते वो फिर गुरु ग्रंथ साहब जी की सेवा कर सकदा। जिहड़ा ये कहे भी मैं ते जज साहब हाँ, ते फिर वो गुरु ग्रंथ साहब जी की सेवा ग्रंथी सिंह वांग नहीं ना कर सकता। साहब जी ने जदों ध्यान मारिया, साहब ने विचार की, श्री गुर हृदय विचारन धरै, टहल ग्रंथ साहब की कौन सो करै, बेदी तेहन भल्ले बंस, सोढ़ी जे कुल के अवतंस, निज निज कुल को इनके हंकारा, कर ना सकेंगे सेव उधारा, ये सेवक की वस्त सदीवा, निरहंकार जिनो मन नीवा। ते वो केवल बाबा बुढ़ा साहब सी जिन्हां नूं कोई हंकार नहीं सी। ते सतगुरु जी ने ये सेवा बाबा बुढ़ा साहब जी नूं बख्शिश की। जदों रामसर साहब के स्थान तो चले ते श्री गुरु ग्रंथ साहब जी के पावन स्वरूप नूं बाबा बुढ़ा साहब जी के सीस ते सुशोभित किया। आप धन गुरु अर्जन देव महाराज जी चौर साहब कर रहे सन, संगतां शब्द गायन करदियां, बालक हरगोबिंद जी भी नाल ने। जदों सचखंड श्री हरमंदर साहब पहुंचियां ते साडा इतिहास कहंदा कि उस वेले गुरबाणी का कीर्तन चल रहा सी। मंजी साहब ते श्री गुरु ग्रंथ साहब महाराज जी नूं सुशोभित किया, क्योंकि पालकी साहब केवल सतगुरां दा स्वरूप लिजाण वास्ते जां सुखासन स्थान साहब तक विराजमान करन तक है। पालकी साहब प्रकाश कर लई नहीं, क्योंकि पालकी साहब विच ना तां चंगी तरह रमाले साहब लगदे ने, ना चौर साहब हुंदा, कदे इधर वजदा कदे इधर वजदा। ते उवें भी राजे महाराजे पालकी विच बैठ के जांदे सन, ते जदों प्रजा नूं संबोधन हुंदे ते उदों पालकी चों उतर के अपने संघासन ते बैठते सन। ते अज धन गुरु ग्रंथ साहब जी सच्चे पातशाह, पातशाहां सिर पातशाह, इसे करके क्या सज्जन सच्चा पातशाह, सिर शाहां दे शाह, जिस पास बैठिया सोही है सबना दा विसा। आ सोहना चंदोआ साहब, सोहना चौर साहब, ये सिख जगत के अंदर गुरु ग्रंथ साहब जी की पातशाही है। दुनियावी तौर पर भावें महाराजा रणजीत सिंह, बाबा बंदा सिंह बहादुर जां मौजूदा समय भावें सिख मुख मंत्री प्रधान मंत्री के अहुदे ते भी होवे, पर इत्थे आके वो सिर नवाउंदा है, क्योंकि इहदे वर्गा राजा कोई नहीं, इहदे वर्गा पातशाह कोई नहीं। बाकी दुनिया के झूठे राजे ने, को हर समान नहीं राजा, ये भूप सब दिवस चार के झूठे करत दवाजा, शहान शाह राजान राज। जदों मंजी साहब के उपर गुरु ग्रंथ साहब जी के पावन स्वरूप नूं सुशोभित किया, जिसनूं उस वेले पोथी साहब कहंदे सन, जदों गुरबाणी के शब्द कीर्तन की संपूर्णता हुई, बड़ा ध्यान ला के सतगुरु जी ने गुरबाणी का कीर्तन सुनिया। अज एक पासे आपां अखंड पाठ साहब आरंभ करा लेने, आप ही कराउने आ,
ਤੇ ਦੂਜੇ ਪਾਸੇ ਆਪਾਂ ਕਹਿੰਦੇ ਆ ਵੀ ਕੀਰਤਨ ਸ਼ੁਰੂ ਕਰ ਦੋ, ਵੀ ਜੇ ਅਖੰਡ ਪਾਠ ਸਾਹਿਬ ਕਰਾਇਆ ਫਿਰ ਉਹਨੂੰ ਸੁਣੋ, ਜਦੋਂ ਭੋਗ ਪਵੇਗਾ ਉਦੋਂ ਕੀਰਤਨ ਕਰਵਾਇਓ, ਤੇ ਜਦੋਂ ਕੀਰਤਨ ਦੀ ਸਮਾਪਤੀ ਹੋਵੇਗੀ ਉਦੋਂ ਕਥਾ। ਤੇ ਜੇ ਇੱਕੋ ਸਮੇਂ ਸਾਰਾ ਕੁਝ ਹੀ ਆਪਾਂ ਸ਼ੁਰੂ ਕਰ ਦਈਏ ਤੇ ਵੇਖੋ ਕੀ ਬਣੇਗਾ। ਜੇ ਸਕੂਲ ਵਿੱਚ ਅਧਿਆਪਕ ਮਾਨੋ ਸਾਇੰਸ ਪੜ੍ਹਾ ਰਿਹਾ ਤੇ ਇੰਨੇ ਨੂੰ ਮੈਥ ਦਾ ਟੀਚਰ ਆ ਕੇ ਆਪਣਾ ਲੈਕਚਰ ਸ਼ੁਰੂ ਕਰ ਦੇ, ਤੇ ਆਪਾਂ ਉਹਨੂੰ ਕਹੀਏ ਵੀ ਤੂੰ ਵੱਖਰਾ ਲੈਕਚਰ ਦੇਣ ਲੱਗ ਪਿਆ, ਪਹਿਲਾਂ ਉਹ ਲੈਕਚਰ ਤੇ ਸਮਾਪਤ ਹੋਣ ਦਿਓ, ਕਵੇਗਾ ਮੈਂ ਵੀ ਪੜ੍ਹਾ ਰਿਹਾ, ਇੰਨੇ ਨੂੰ ਤੀਜਾ ਆ ਜੇ ਇੰਗਲਿਸ਼ ਵਾਲਾ ਉਹ ਸ਼ੁਰੂ ਕਰ ਦੇ। ਨਹੀਂ, ਕੁਝ ਸਮਝ ਨਹੀਂ ਆਵੇਗੀ। ਸਿੱਖ ਰਹਿਤ ਮਰਿਆਦਾ ਵਿੱਚ ਲਿਖਿਆ ਇੱਕੋ ਸਮੇਂ ਇੱਕੋ ਗੱਲ ਹੋਣੀ ਚਾਹੀਦੀ, ਜਾਂ ਗੁਰਬਾਣੀ ਦਾ ਪਾਠ, ਜਾਂ ਕੀਰਤਨ, ਜਾਂ ਕਥਾ, ਤੇ ਜਾਂ ਉਸ ਤੋਂ ਬਾਅਦ ਢਾਡੀ ਵਾਰਾਂ, ਕਵੀਸ਼ਰ ਜਥੇ, ਇੱਕ ਸਮੇਂ ਕੇਵਲ ਇੱਕ ਗੱਲ। ਸੱਚ ਇਹ ਹੈ ਕਿ ਇੱਕ ਪਾਸੇ ਆਪਾਂ ਕਥਾ ਕਰ ਰਹੀਏ ਤੇ ਦੂਜੇ ਪਾਸੇ ਤੁਸੀਂ ਢਾਡੀ ਵਾਰਾਂ ਲਾ ਦਿਓ ਤੇ ਗੱਲ ਨਹੀਂ ਨਾ ਬਣੇਗੀ। ਕਹਿੰਦੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਜਦੋਂ ਗੁਰਬਾਣੀ ਦੇ ਕੀਰਤਨ ਸ਼ਬਦ ਦੀ ਜਿਹੜੀ ਸੰਪੂਰਨਤਾ ਹੋਈ, ਫਿਰ ਬਾਬਾ ਬੁੱਢਾ ਸਾਹਿਬ ਜੀ ਨੂੰ ਕਿਹਾ ਕਿ ਬਾਬਾ ਬੁੱਢਾ ਜੀ ਤੁਸੀਂ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕਰੋ, ਗੁਰੂ ਗ੍ਰੰਥ ਸਾਹਿਬ ਜੀ ਨੂੰ ਖੋਲੋ, ਕਿਉਂਕਿ ਗੁਰਬਾਣੀ ਵਿੱਚ ਵੀ ਲਿਖਿਆ ਪਿਉ ਦਾਦੇ ਕਾ ਖੋਲ ਡਿੱਠਾ ਖਜ਼ਾਨਾ। ਸਾਹਿਬ ਕਹਿੰਦੇ ਕੇਵਲ ਢੱਕ ਕੇ ਨਾ ਰੱਖਿਓ, ਪ੍ਰਕਾਸ਼ ਕਰਕੇ ਖੋਲ ਕੇ ਗੁਰਬਾਣੀ ਨੂੰ ਪੜ੍ਹ ਕੇ ਲਿਵ ਜੋੜਿਓ। ਤੇ ਸਤਿਗੁਰਾਂ ਨੇ ਹੁਕਮ ਕੀਤਾ ਸੀ ਬਾਬਾ ਬੁੱਢਾ ਸਾਹਿਬ ਜੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕਰੋ, ਮੁੱਖ ਵਾਕ ਲਓ, ਆਵਾਜ਼ਾਂ ਲਓ, ਤਾਂ ਕਿ ਸਾਰੀ ਸੰਗਤ ਸੁਣ ਸਕੇ। ਇਤਿਹਾਸ ਵਿੱਚ ਜ਼ਿਕਰ ਆਉਂਦਾ ਹਰਿਮੰਦਰ ਮੈਂ ਜਾਏ ਪਹੁੰਚੇ, ਰਾਗੀ ਰਾਗ ਕਰਤ ਸੁਰ ਉੱਚੇ, ਮੰਜੀ ਸਹਿਤ ਗ੍ਰੰਥ ਤਬ ਥਾਪ, ਨਿਕਟ ਗੁਰੂ ਬੈਠੇ ਤਬ ਆਪ, ਭੋਗ ਵਾਰ ਕੋ ਸੁਣ ਮਨ ਲਾਈ, ਤਬ ਸ਼੍ਰੀ ਅਰਜਨ ਗਿਰਾ ਅਲਾਈ, ਬੁੱਢਾ ਸਾਹਿਬ ਖੋਲੋ ਗ੍ਰੰਥ, ਲੇਹੋ ਆਵਾਜ਼ ਸੁਨੈ ਸਭ ਪੰਥ, ਅਦਬ ਸਹਿਤ ਗ੍ਰੰਥ ਤਬ ਖੋਲਾ, ਲੇ ਆਵਾਜ਼ ਬੁੱਢਾ ਮੁਖ ਬੋਲਾ। ਤੇ ਉਹ ਆਵਾਜ਼ਾਂ ਸੀ ਸੂਹੀ ਮਹੱਲਾ ਪੰਜਵਾਂ, ਸੰਤਾਂ ਕੇ ਕਾਰਜ ਆਪ ਖਲੋਇਆ, ਹਰ ਕੰਮ ਕਰਾਵਣ ਆਇਆ ਰਾਮ। ਬਾਬਾ ਬੁੱਢਾ ਸਾਹਿਬ ਜੀ ਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਮੁੱਖ ਵਾਕ ਗੁਰੂ ਕਾ ਜਿਹੜਾ ਆਵਾਜ਼ਾ ਸੀ, ਉਹ ਗੁਰੂ ਸਾਹਿਬ ਜੀ ਧੰਨ ਗੁਰੂ ਅਰਜਨ ਦੇਵ ਜੀ ਅਤੇ ਸੰਗਤਾਂ ਨੂੰ ਸਰਵਣ ਕਰਵਾਇਆ। ਇਸ ਤੋਂ ਬਾਅਦ ਜਦੋਂ ਗੁਰੂ ਅਰਜਨ ਦੇਵ ਮਹਾਰਾਜ ਜੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੂੰ ਗੁਰਤਾ ਗੱਦੀ ਬਖਸ਼ਿਸ਼ ਕਰਕੇ ਆਪ ਲਾਹੌਰ ਦੀ ਧਰਤੀ ਵੱਲ ਤੁਰੇ ਸਨ। ਇਤਿਹਾਸ ਵਿੱਚ ਜ਼ਿਕਰ ਆਉਂਦਾ ਕਿ ਭਾਈ ਗੁਰਦਾਸ ਬਾਬਾ ਬੁੱਢਾ ਸਾਹਿਬ ਜੀ ਨੂੰ ਪ੍ਰੇਰਨਾ ਕੀਤੀ ਵੀ ਅਸੀਂ ਲਾਹੌਰ ਜਾਣਾ ਤੇ ਉੱਥੇ ਆ ਕੁਝ ਵਾਪਰਨਾ, ਤੇ ਤੁਸੀਂ ਸਮੇਂ ਦੀ ਨਜਾਗਤ ਨੂੰ ਵਿਚਾਰਨਾ, ਜੋ ਕੁਝ ਉੱਥੇ ਵਾਪਰਨਾ ਸੀ ਜਾਂ ਉਸ ਤੋਂ ਬਾਅਦ ਕੀ ਹੋਣਾ, ਉਹ ਸਾਰੀ ਪ੍ਰੇਰਨਾ ਸਤਿਗੁਰੂ ਜੀ ਕਰਕੇ ਗਏ ਸਨ। ਇਤਿਹਾਸ ਵਿੱਚ ਜ਼ਿਕਰ ਆਉਂਦਾ ਸਿੱਖਾਂ ਨੂੰ ਕੀਤੀ ਸਪੁਰਦ ਹਰਗੋਬਿੰਦ ਦੀ ਬਾਹ ਪਕੜਾਈ, ਭਾਈ ਗੁਰਦਾਸ ਨੂੰ ਬੈਠ ਸਮਝਾਇਆ, ਸਾਡਾ ਲੱਗੇਗਾ ਸੀਸ, ਨਿਸ਼ਚਾ ਹੈ ਆਇਆ, ਅਸਾਂ ਹੋਇਆ ਤੁਰਕਾਂ ਵੇ ਜਾਣਾ, ਉਹਨਾਂ ਕਰਨੀ ਹੈ ਹੁਜਤ, ਤੁਸੀਂ ਦੁਆਬੇ ਵਿੱਚ ਰੱਖਣਾ ਟਿਕਾਣਾ, ਛੁੱਟੇਗਾ ਸ਼ਰੀਰ ਸੰਸਾ ਨਹੀਂ ਕੋਏ, ਰਜਾਏ ਖੁਦਾਵੰਦ ਦੀ ਇਸੇ ਤਰ੍ਹਾਂ ਹੋਏ। ਜਦੋਂ ਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਸ਼ਹਾਦਤ ਤੋਂ ਬਾਅਦ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੂੰ ਗੁਰਤਾ ਗੱਦੀ ਜੋ ਬਖਸ਼ਿਸ਼ ਕਰਨ ਦਾ ਜੋ ਮਰਿਆਦਾ ਸੀ, ਉਹ ਬਾਬਾ ਬੁੱਢਾ ਸਾਹਿਬ ਜੀ ਦੇ ਰਾਹੀਂ ਨਿਭਾਈ ਗਈ। ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਸ਼੍ਰੀ ਅਕਾਲ ਤਖਤ ਸਾਹਿਬ ਜੀ ਦੀ ਸਿਰਜਣਾ ਕੀਤੀ, ਉਦੋਂ ਵੀ ਬਾਬਾ ਬੁੱਢਾ ਜੀ, ਭਾਈ ਗੁਰਦਾਸ ਜੀ ਤੇ ਤੀਸਰੇ ਗੁਰੂ ਹਰਗੋਬਿੰਦ ਸਾਹਿਬ ਆਪ, ਕਿਸੇ ਹੋਰ ਦਾ ਜ਼ਿਕਰ ਨਹੀਂ। ਕਿਸੂ ਰਾਜ ਨੇ ਹੱਥ ਲਗਾਇਓ, ਬੁੱਢੇ ਅਰ ਗੁਰਦਾਸ ਬਣਾਇਓ। ਮੀਰੀ ਪੀਰੀ ਦੀਆਂ ਤਲਵਾਰਾਂ ਸਜਾਈਆਂ ਤੇ ਉਹ ਵੀ ਬਾਬਾ ਬੁੱਢਾ ਸਾਹਿਬ ਜੀ ਨੂੰ ਮਾਣ ਦਿੱਤਾ, ਜਿਨ੍ਹਾਂ ਬਾਰੇ ਅਸੀਂ ਪੜ੍ਹਦੇ ਹਾਂ, ਦੋ ਤਲਵਾਰੀ ਬੱਧੀਆਂ, ਇੱਕ ਮੀਰੀ ਦੀ, ਇੱਕ ਪੀਰ ਦੀ, ਇੱਕ ਅਜਮਨ ਦੀ, ਇੱਕ ਰਾਜ ਦੀ, ਇੱਕ ਰਾਖੀ ਕਰੇ ਵਜ਼ੀਰ ਦੀ। ਜਦੋਂ ਗੁਰੂ ਹਰਗੋਬਿੰਦ ਸਾਹਿਬ ਜੀ ਗਵਾਲੀਅਰ ਦੇ ਕਿਲੇ ਵਿੱਚ ਗਏ, ਉਦੋਂ ਵੀ ਸੰਗਤ ਡਾਵਾਂ ਡੋਲ ਨਾ ਹੋ ਸਕੇ। ਬਾਬਾ ਬੁੱਢਾ ਸਾਹਿਬ ਜੀ ਨੇ ਸੰਗਤਾਂ ਨੂੰ ਸ਼ਬਦ ਚੌਂਕੀ ਨਾਲ ਜੋੜਿਆ ਤੇ ਏਡਾ ਵੱਡਾ ਇਨਕਲਾਬ ਆਇਆ ਕਿ ਉਹ ਚੌਂਕੀਆਂ ਪਿੰਡਾਂ ਤੋਂ ਆਰੰਭ ਹੋ ਕੇ ਸ਼੍ਰੀ ਅਕਾਲ ਤਖਤ ਸਾਹਿਬ ਵਿਖੇ ਪਹੁੰਚਦੀਆਂ। ਕੁਝ ਚੌਂਕੀਆਂ ਸ਼੍ਰੀ ਅਕਾਲ ਤਖਤ ਸਾਹਿਬ ਤੋਂ
ਚੱਲ ਕੇ ਗਵਾਲੀਅਰ ਦੇ ਕਿਲੇ ਤੱਕ ਚਲੀਆਂ ਗਈਆਂ। ਪਰਿਕਰਮਾ ਕਰਕੇ ਗਵਾਲੀਅਰ ਦੇ ਕਿਲੇ ਦੀਆਂ ਕੰਧਾਂ ਨੂੰ ਚੁੰਮ ਕੇ ਅਰਦਾਸ ਕਰਕੇ ਵਾਪਸ ਆਉਂਦੀਆਂ। ਤੇ ਜਦੋਂ ਗੁਰੂ ਹਰਗੋਬਿੰਦ ਸਾਹਿਬ ਜੀ ਗਵਾਲੀਅਰ ਦੇ ਕਿਲੇ ਤੋਂ 52 ਰਾਜਿਆਂ ਨੂੰ ਰਿਹਾ ਕਰਵਾ ਕੇ ਬੰਦੀ ਛੋੜ ਦਾਤੇ ਦੇ ਰੂਪ ਵਿੱਚ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਪਹੁੰਚੇ ਸਨ, ਜਿੱਥੇ ਸੰਗਤਾਂ ਨੇ ਖੁਸ਼ੀ ਮਨਾਈ, ਦੀਪਮਾਲਾ ਕੀਤੀ। ਬੰਦੀ ਛੋੜ ਦਿਵਸ ਦੇ ਰੂਪ ਵਿੱਚ ਬੜਾ ਚਾਅ ਸੀ ਸੰਗਤਾਂ ਦੇ ਮਨ ਵਿੱਚ। ਉੱਥੇ ਬਾਬਾ ਬੁੱਢਾ ਸਾਹਿਬ ਜੀ ਸ਼ਬਦ ਚੌਂਕੀ ਦੇ ਰੂਪ ਵਿੱਚ ਮਿਲੇ ਤੇ ਗੁਰੂ ਹਰਗੋਬਿੰਦ ਸਾਹਿਬ ਜੀ ਬੜੇ ਪ੍ਰਸੰਨ ਹੋਏ। ਕਹਿਣ ਲੱਗੇ, ਬਾਬਾ ਬੁੱਢਾ, ਤੇਰੀ ਚੌਂਕੀ ਜੁਗੋ ਜੁਗ ਅਟਲ ਤੇ ਤੇਰੀ ਇਹ ਚੌਂਕੀ ਦੇ ਵਿੱਚ ਅਸੀਂ ਖੁਦ ਸ਼ਾਮਲ ਹੋਇਆ ਕਰਾਂਗੇ। ਅੱਜ ਵੀ ਅਰਦਾਸ ਵਿੱਚ ਚੌਂਕੀਆਂ, ਝੰਡੇ, ਬੁੰਗੇ ਜੁਗੋ ਜੁਗ ਅਟਲ ਜਦੋਂ ਅਸੀਂ ਪੜ੍ਹਦੇ ਹਾਂ ਤੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਅੰਮ੍ਰਿਤ ਵੇਲੇ ਤੋਂ ਚੌਂਕੀਆਂ ਸ਼ੁਰੂ ਹੋ ਜਾਂਦੀਆਂ ਨੇ ਤੇ ਸਮਾਪਤੀ ਤੱਕ ਚੌਂਕੀਆਂ ਵਾਰੀ-ਵਾਰੀ ਆਉਂਦੀਆਂ ਨੇ। ਪਰ ਜਦੋਂ ਸੋਧ ਰਹਿਰਾਸ ਸਾਹਿਬ ਦੇ ਪਾਠ ਤੋਂ ਤਕਰੀਬਨ ਇੱਕ ਕੀਰਤਨ ਦੀ ਚੌਂਕੀ ਜਦੋਂ ਬਾਅਦ ਵਿੱਚ ਪੜ੍ਹੀ ਜਾਂਦੀ ਹੈ ਤੇ ਉਹ ਚੌਂਕੀ ਦੇ ਦਰਮਿਆਨ ਜਦੋਂ ਬਾਬਾ ਬੁੱਢਾ ਸਾਹਿਬ ਜੀ ਦੀ ਚੌਂਕੀ ਆਉਂਦੀ ਹੈ ਤੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਅੰਦਰੋਂ ਕੀਰਤਨ ਬੰਦ ਹੋ ਜਾਂਦਾ ਹੈ। ਉਹ ਚੌਂਕੀ ਮੱਥਾ ਟੇਕ ਕੇ ਪਰਿਕਰਮਾ ਕਰਕੇ ਅਰਦਾਸ ਕਰਕੇ ਜਦੋਂ ਵਾਪਸ ਜਾਂਦੀ ਹੈ ਤੇ ਫਿਰ ਅਗਲੀ ਚੌਂਕੀ ਦਾ ਜਿਹੜਾ ਕੀਰਤਨ ਹੈ ਉਹ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਆਰੰਭ ਹੁੰਦਾ ਹੈ। ਐਸ ਪਾਵਨ ਧਰਤੀ ਤੇ ਜਦੋਂ ਅੰਤਲਾ ਸਮਾਂ ਸੀ, ਬਾਬਾ ਬੁੱਢਾ ਸਾਹਿਬ ਜੀ ਦਾ ਉਹਨਾਂ ਨੇ ਯਾਦ ਕੀਤਾ, ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਸੁਨੇਹਾ ਭੇਜਿਆ ਤੇ ਗੁਰੂ ਹਰਗੋਬਿੰਦ ਸਾਹਿਬ ਜੀ ਇੱਥੇ ਆ ਪਹੁੰਚੇ। ਬਾਬਾ ਬੁੱਢਾ ਸਾਹਿਬ ਜੀ ਜਿਨ੍ਹਾਂ ਨੇ ਅੰਤਲੇ ਸਮੇਂ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਜਦੋਂ ਦਰਸ਼ਨ ਕੀਤੇ ਬੜੇ ਪ੍ਰਸੰਨ ਹੋਏ। ਇਸ ਪਾਵਨ ਧਰਤੀ ਤੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਆਪਣੇ ਹੱਥੀਂ ਬਾਬਾ ਬੁੱਢਾ ਸਾਹਿਬ ਜੀ ਦਾ ਇਸ਼ਨਾਨ ਕਰਵਾਇਆ, ਗੁਰਬਾਣੀ ਦਾ ਪਾਠ ਪੜ੍ਹਿਆ, ਉਹਨਾਂ ਦੀ ਅਰਥੀ ਨੂੰ ਮੋਢਾ ਦਿੱਤਾ ਤੇ ਇਤਿਹਾਸ ਕਹਿੰਦਾ ਜਦੋਂ ਅਰਥੀ ਲਿਜਾ ਕੇ ਬਾਬਾ ਬੁੱਢਾ ਸਾਹਿਬ ਜੀ ਦਾ ਪਾਵਨ ਸਰੀਰ ਜਦੋਂ ਚਿਖਾ ਦੇ ਉੱਪਰ ਰੱਖਣ ਲੱਗੇ ਤੇ ਮੀਰੀ ਪੀਰੀ ਦੇ ਮਾਲਕ ਗੁਰੂ ਹਰਗੋਬਿੰਦ ਸਾਹਿਬ ਜਿਨ੍ਹਾਂ ਬਾਰੇ ਅਸੀਂ ਪੜ੍ਹਦੇ ਹਾਂ, ਦਲ ਭੰਜਨ ਗੁਰ ਸੂਰਮਾ ਵੱਡ ਜੋਧਾ ਬੋ ਪਰਉਪਕਾਰੀ। ਜੇ ਮੁਗਲ ਸਿੱਖਾਂ ਚੜ ਕੇ ਆਇਆ ਨਾ ਲੋਹਗੜ੍ਹ ਤੇ ਕਹਿਣ ਲੱਗਾ, ਜੀ ਮੇਰੇ ਸਾਹਮਣੇ ਆ ਕੇ ਮੇਰਾ ਮੁਕਾਬਲਾ ਕਰੋ, ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਐਸੇ ਢੰਗ ਨਾਲ ਤਲਵਾਰ ਚਲਾਈ ਕਿ ਐਸ ਪਾਸਿਓਂ ਤਲਵਾਰ ਚੱਲੀ ਤੇ ਸਰੀਰ ਜਿਹੜਾ ਸੀ ਉਹਦੇ ਵਿੱਚੋਂ ਦੀ ਤਲਵਾਰ ਦੂਜੇ ਪਾਸੇ ਕੱਢ ਦਿੱਤੀ, ਜਿਵੇਂ ਸਾਬਣ ਵਿੱਚ ਤਾਰ ਫਿਰਦੀ ਹੈ। ਜੇ ਅਬਦੁੱਲਾ ਖਾਂ ਆਇਆ ਤੇ ਉਹਦੇ ਛੱਕੇ ਛਡਾ ਦਿੱਤੇ। ਜੇ ਕਮਰ ਬੇਗ ਤੇ ਲੱਲਾ ਬੇਗ ਉਹ ਗੁਰੂ ਸਰ ਮਹਾਰਾਜ ਗਏ ਤੇ ਸਤਿਗੁਰਾਂ ਨੇ ਐਸੀ ਮਾਰ ਮਾਰੀ ਕਿ ਇੱਕ ਵੀ ਜਰਨੈਲ ਜਿਉਂਦਾ ਵਾਪਸ ਨਹੀਂ ਜਾਣ ਦਿੱਤਾ। ਜੇ ਹੱਥੀਂ ਪਾਲਿਆ ਕਾਲੇ ਪੈਂਦੇ ਖਾਂ, ਕਾਲੇ ਖਾਂ ਨੂੰ ਨਾਲ ਲੈ ਕੇ ਚੜ ਕੇ ਆਇਆ ਤੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਉਹਨਾਂ ਦੇ ਵੀ ਮੂੰਹ ਭੰਨ ਦਿੱਤੇ। ਐਸੇ ਮਹਾਂਬਲੀ ਭਾਰੀ ਗੁਰੂ ਦਲ ਭੰਜਨ ਗੁਰ ਸੂਰਮਾ ਜਿਨ੍ਹਾਂ ਦਾ ਇਤਿਹਾਸ ਅਸੀਂ ਪੜ੍ਹਦੇ ਹਾਂ ਕਿ ਬਾਬਾ ਅਟਲ ਰਾਏ ਜੀ ਜਦੋਂ ਚੜ੍ਹਾਈ ਕਰ ਗਏ ਤੇ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਨੇਤਰ ਸੱਜਲ ਨਹੀਂ ਸਨ ਹੋਏ। ਪਰ ਜਦੋਂ ਗੁਰੂ ਘਰ ਦੇ ਸੇਵਕ ਬਾਬਾ ਬੁੱਢਾ ਸਾਹਿਬ ਜਿਹੜੇ 125 ਸਾਲ ਦੀ ਉਮਰ, 1506 ਵਿੱਚ ਜਨਮ ਤੇ 1631 ਨੂੰ ਇਸ ਪਾਵਨ ਧਰਤੀ ਤੇ ਜਦੋਂ ਉਹਨਾਂ ਅਕਾਲ ਚਲਾਣਾ ਕੀਤਾ, 125 ਸਾਲ ਦੀ ਉਮਰ, 113 ਸਾਲ ਗੁਰੂ ਨਾਨਕ ਸਾਹਿਬ ਦੇ ਘਰ ਦੀ ਸੇਵਾ ਤੇ ਉਹਨਾਂ ਨੂੰ ਏਡਾ ਵੱਡਾ ਮਾਣ ਦਿੱਤਾ ਕਿ ਆਮ ਕਰਕੇ ਲੋਕ ਕਹਿੰਦੇ ਨੇ ਕਿਸੇ ਦੀ ਬਚਪਨ ਵਿੱਚ ਮੌਤ ਹੋਵੇ, ਚੜ੍ਹਦੀ ਜਵਾਨੀ ਵਿੱਚ ਮੌਤ ਹੋਵੇ ਤੇ ਫਿਰ ਲੋਕੀ ਰੋਂਦੇ ਨੇ, ਕੋਈ 100 ਸਾਲ ਤੋਂ ਉੱਪਰ ਰੋਵੇ, ਉੱਪਰ ਹੋ ਕੇ ਅਕਾਲ ਚਲਾਣਾ ਕਰੇ ਤੇ ਆਮ ਕਰਕੇ ਅਸੀਂ ਵੇਖਦੇ ਹਾਂ ਲੋਕੀ ਕਹਿੰਦੇ ਨੇ ਵੀ ਹੁਣ ਭਾਈ ਇਹ ਉਮਰ ਭੋਗ ਕੇ ਤੁਰਿਆ। ਪਰ ਧੰਨ ਬਾਬਾ ਬੁੱਢਾ ਸਾਹਿਬ ਸੱਜਣ ਮੇਰੇ ਰੰਗਲੇ ਜਾਏ ਸੁੱਤੇ ਜੀਰਾਨ। ਐਸੇ ਰੰਗਲੇ ਸੱਜਣ ਜਿਨ੍ਹਾਂ ਨੇ ਗੁਰੂ ਘਰ ਨੂੰ ਸਮਰਪਿਤ ਹੋ ਕੇ ਸੇਵਾ ਕੀਤੀ ਤੇ ਕਿਤੇ ਆਪਣੀ ਵੱਖਰੀ ਹੋਣ ਦਾ ਪ੍ਰਗਟਾਵਾ ਨਹੀਂ। ਜਦੋਂ ਉਹਨਾਂ ਦੇ ਪਾਵਨ ਸਰੀਰ ਨੂੰ ਚਿਖਾ ਦੇ ਉੱਪਰ ਸਜਾਉਣ ਲੱਗੇ ਤੇ ਇਤਿਹਾਸ ਕਹਿੰਦਾ ਮੀਰੀ ਪੀਰੀ ਦੇ ਮਾਲਕ ਗੁਰੂ ਹਰਗੋਬਿੰਦ ਸਾਹਿਬ ਦੇ ਅੰਦਰ ਦਾ ਵੈਰਾਗ, ਅੰਦਰ ਦਾ ਪ੍ਰੇਮ ਉਛਾਲਾ ਮਾਰਿਆ ਤੇ ਉਹ ਹੰਝੂਆਂ ਦਾ ਰੂਪ ਧਾਰਨ ਕਰਕੇ ਬਾਹਰ ਆਇਆ। ਚਿਖਾ ਉੱਪਰ ਜਬ ਧਰੀ ਸਾਹਿਬ ਬੁੱਢੇ ਦੇ, ਹਰ ਗੋਬਿੰਦ ਦੇ ਨੈਣ ਤੇ ਚੱਲਿਓ ਨੀਰ ਸਨੇਹ। ਉਹ ਸਨੇਹ ਦਾ ਨੀਰ
ਉਹ ਅੰਦਰ ਦਾ ਵਿਰਾਗਮਈ ਜਲ ਕਿ ਗੁਰੂ ਘਰ ਦੇ ਐਸੇ ਮਹਾਨ ਸੇਵਕ ਨੂੰ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਜੀ ਕਿੰਨਾ ਪਿਆਰ ਕਰਿਆ ਕਰਦੇ ਸਨ ਕਿ ਉਹਨਾਂ ਦੇ ਨੇਤਰ ਸੱਜਲ ਹੋ ਗਏ, ਵਿਰਾਗਮਈ ਹੰਝੂ ਉਹਨਾਂ ਦੇ ਨੇਤਰਾਂ ਵਿੱਚੋਂ ਵਹਿ ਤੁਰੇ ਕਿ ਐਸਾ ਮਹਾਨ ਗੁਰਸਿੱਖ, ਐਸਾ ਮਹਾਨ ਰੰਗਲਾ ਸੱਜਣ ਜਿਨੇ ਸਦਾ ਗੁਰੂ ਘਰ ਨੂੰ ਸਮਰਪਿਤ ਹੋ ਕੇ ਗੁਰੂ ਦਰ ਦੀ ਸੇਵਾ ਕੀਤੀ। ਔਰ ਬੜਾ ਮਾਣ ਉਹਨਾਂ ਨੂੰ ਗੁਰੂ ਸਾਹਿਬਾਨ ਨੇ ਆਪਣੀ ਸਰੀਰਕ ਹਾਤੀ ਦੇ ਵਿੱਚ ਬਖਸ਼ਿਸ਼ ਕੀਤਾ। ਇੰਜ ਕਹਿ ਲਈਏ ਕਿ ਜਿਵੇਂ ਕਿਸੇ ਦਰਖਤ ਦਾ ਉਦੋਂ ਪਤਾ ਲੱਗਦਾ ਜਦੋਂ ਉਹਨੂੰ ਚੰਗਾ ਫਲ ਲੱਗਦਾ। 10 ਪਾਤਸ਼ਾਹੀਆਂ ਦੀ ਬਖਸ਼ਿਸ਼ ਸੱਚਮੁੱਚ ਭਾਈ ਮਰਦਾਨਾ ਜੀ ਦੇ ਰੂਪ ਵਿੱਚ, ਭਾਈ ਮਨਸੁਖ ਜੀ ਦੇ ਰੂਪ ਵਿੱਚ, ਭਾਈ ਲਾਲੋ ਜੀ ਦੇ ਰੂਪ ਵਿੱਚ, ਬਾਬਾ ਬੁੱਢਾ ਜੀ ਦੇ ਰੂਪ ਵਿੱਚ, ਭਾਈ ਗੁਰਦਾਸ ਜੀ ਦੇ ਰੂਪ ਵਿੱਚ, ਭਾਈ ਬਿਧੀ ਚੰਦ ਜੀ ਦੇ ਰੂਪ ਵਿੱਚ, ਬਾਬਾ ਦੀਪ ਸਿੰਘ ਜੀ, ਭਾਈ ਮਨੀ ਸਿੰਘ ਔਰ ਬਾਬਾ ਬੰਦਾ ਸਿੰਘ ਬਹਾਦਰ ਦੇ ਰੂਪ ਵਿੱਚ ਸੰਸਾਰ ਦੇ ਸਾਹਮਣੇ ਆਈ। ਜਿੱਥੇ ਅਕਾਲ ਪੁਰਖ ਵਾਹਿਗੁਰੂ ਮਹਾਨ, ਜਿੱਥੇ ਮੇਰਾ ਸਤਿਗੁਰੂ ਮਹਾਨ, ਉੱਥੇ ਉਹਨਾਂ ਨੇ ਜਿਹੜੇ ਸਿੱਖ ਸਾਜੇ ਉਹ ਵੀ ਕਿੰਨੇ ਮਹਾਨ ਕਿ ਉਹ ਸੱਚਮੁੱਚ ਅਕਾਲ ਪੁਰਖ ਵਾਹਿਗੁਰੂ ਨਾਲ ਇੱਕਮਿਕ ਹੋ ਚੁੱਕੇ ਸਨ। ਜੀਵਨ ਉਹਨਾਂ ਦਾ ਇਸ ਢੰਗ ਨਾਲ ਤਬਦੀਲ ਹੋਇਆ ਕਿ ਸਤਿਗੁਰ ਮਿਲਿਆ ਉਲਟੀ ਪਈ ਭਾਈ, ਜੀਵਤ ਮਰੈ ਤਾਂ ਬੂਝ ਪਾਏ, ਸੋ ਗੁਰੂ ਸੋ ਸਿੱਖ ਹੈ ਭਾਈ, ਜਿਸ ਜੋਤੀ ਜੋਤ ਮਿਲਾਏ। ਜਿਨ੍ਹਾਂ ਦੀ ਲਿਵ ਨੂੰ, ਜਿਨ੍ਹਾਂ ਦੀ ਆਤਮਾ ਨੂੰ ਮੇਰੇ ਗੁਰੂ ਨੇ ਪਰਮਾਤਮਾ ਨਾਲ ਮਿਲਾ ਦਿੱਤਾ, ਸੱਚਮੁੱਚ ਉਹ ਧਨਤਾਯੋਗ ਜਿਹੜੇ ਸਿੱਖ, ਧਨਤਾਯੋਗ ਸੇਵਕ, ਉਹਨਾਂ ਬਾਰੇ ਕਿਹਾ ਕਿ ਭਇਓ ਕਿਰਪਾਲ ਠਾਕੁਰ ਸੇਵਕ ਕੋ ਸਵਰੇ ਹਲਤ ਪੁਲਾਤਾ, ਧਨ ਸੇਵਕ ਸਫਲ ਉਹ ਆਇਆ ਜੇ ਨਾਨਕ ਖਸਮ ਪਛਾਤਾ। ਸਤਿਗੁਰੂ ਕਿਰਪਾ ਕਰਨ। ਐਸੇ ਮਹਾਨ ਗੁਰਸਿੱਖ ਬਾਬਾ ਬੁੱਢਾ ਸਾਹਿਬ ਜੀ ਨੂੰ ਆਪ ਯਾਦ ਕਰ ਰਹੇ ਹੋ, ਜਿਨ੍ਹਾਂ ਦਾ ਜੀਵਨ ਪ੍ਰੇਰਨਾ ਸਰੋਤ ਹੈ ਕਿ ਉਹਨਾਂ ਨੇ ਕਿਵੇਂ ਗੁਰੂ ਦਰ ਤੇ ਸਮਰਪਿਤ ਹੋ ਕੇ ਸੇਵਾ ਕੀਤੀ, ਪਰ ਕਿਤੇ ਆਪਣੀ ਵੱਖਰੀ ਹੋਣ ਦਾ ਪ੍ਰਗਟਾਵਾ ਨਹੀਂ ਕੀਤਾ। ਹਰ ਵੇਲੇ ਸਤਿਗੁਰੂ ਸਾਹਿਬ ਜੀ ਦੇ ਅਦਬ ਸਤਿਕਾਰ ਦਾ ਉਹਨਾਂ ਨੇ ਖਿਆਲ ਰੱਖਿਆ। ਨਹੀਂ ਤਾਂ ਲੋਕੀ 2-4 ਦਿਨ 10 ਦਿਨ ਮਹੀਨਾ ਸੇਵਾ ਕਰਕੇ ਫਿਰ ਇਹ ਅਕਵਾਉਣ ਲੱਗ ਪੈਂਦੇ ਨੇ ਕਿ ਅਸੀਂ ਹੁਣ ਮੱਥਾ ਟਿਕਾਉਣ ਦੇ, ਗੋਡੇ ਘਟਾਉਣ ਦੇ, ਪੂਜਾ ਕਰਾਉਣ ਦੇ ਯੋਗ ਹੋ ਗਏ ਹਾਂ। ਪਰ ਧੰਨ ਸਨ ਬਾਬਾ ਬੁੱਢਾ ਸਾਹਿਬ ਜਿਨ੍ਹਾਂ ਨੇ ਸਿੱਖ ਬਣ ਕੇ ਸੇਵਾ ਕੀਤੀ ਤੇ ਸਤਿਗੁਰੂ ਜੀ ਨੇ ਉਹਨਾਂ ਨੂੰ ਸੱਚਮੁੱਚ ਇੰਨੀਆਂ ਬਖਸ਼ਿਸ਼ਾਂ ਕਰਕੇ ਨਵਾਜਿਆ ਕਿ ਜਿੰਨਾ ਵੀ ਉਹਨਾਂ ਦਾ ਜਸ ਗਾਇਨ ਕਰੀਏ, ਜਿੰਨੀਆਂ ਵੀ ਵਡਿਆਈਆਂ ਉਹਨਾਂ ਦੀਆਂ ਗਾਈਏ, ਉਨੀਆਂ ਥੋੜੀਆਂ ਨੇ। ਇੱਥੇ ਹੀ ਦਾਸ ਸਮਾਪਤੀ ਕਰਦਾ ਕਿਉਂਕਿ ਅਗਲਾ ਜਥਾ ਆਪ ਜੀ ਦੀ ਸੇਵਾ ਵਿੱਚ ਪਹੁੰਚ ਗਿਆ। ਕੋਟਾਨਕੋਟ ਸ਼ੁਕਰ ਸਾਹਿਬ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਦਾ, ਅਕਾਲ ਪੁਰਖ ਵਾਹਿਗੁਰੂ ਜੀ ਦਾ, ਆਪ ਸਾਰੀਆਂ ਸੰਗਤਾਂ ਦਾ ਔਰ ਪ੍ਰਬੰਧਕਾਂ ਦਾ ਜਿਨ੍ਹਾਂ ਨੇ ਦਾਸ ਨੂੰ ਸਮਾਂ ਦੇ ਕੇ ਨਵਾਜਿਆ। ਅਗਲੇ ਬਣੇ ਹੋਏ ਪ੍ਰੋਗਰਾਮ ਤੇ ਪਹੁੰਚਣਾ, ਇਸ ਕਰਕੇ ਦਾਸ ਹੁਣ ਆਪ ਜੀ ਤੋਂ ਆਗਿਆ ਮੰਗਦਾ, ਨਾਲੇ ਭੁੱਲਾਂ ਤੋਂ ਖਿਮਾ ਦੀ ਜਾਚਨਾ ਕਰਦਾ। ਬੁਲਾਓ ਫਤਿਹ ਸਾਰੇ ਆਖੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ,